बिस्मिल्लाहिर्रहमानिर्रहीम। मैं स्टडी रिवर ਦੇ ਇਸ ਪਲੇਟਫਾਰਮ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਮੁਹੰਮਦ ਜ਼ੁਹੈਬ ਆਲਮ। ਸਾਡਾ ਅੱਜ ਦਾ ਲੈਕਚਰ ਜਿਹੜਾ ਹੈ ਇਹ ਤੀਜਾ ਲੈਕਚਰ ਹੈ ਪੰਜਾਬੀ ਸੀਰੀਜ਼ ਦਾ। ਅਸੀਂ CSS ਤੇ PMS ਦਾ ਜਿਹੜਾ ਸਿਲੇਬਸ ਹੈ ਪਹਿਲੇ ਲੈਕਚਰ 'ਚ ਉਹਨੂੰ ਡਿਸਕਸ ਕੀਤਾ ਸੀ। ਦੂਜੇ ਲੈਕਚਰ 'ਚ ਅਸੀਂ ਮੁਨੀਰ ਨਿਆਜ਼ ਸਾਹਿਬ ਹੋਰਾਂ ਦੀ ਸ਼ਾਇਰੀ ਪੜ੍ਹੀ ਸੀ। ਜਦੀਦ ਸ਼ਾਇਰੀ ਦਾ ਹਿੱਸਾ ਅਸੀਂ ਸ਼ੁਰੂ ਕੀਤਾ ਸੀ ਤੇ ਨਾਲ ਹੀ ਮੈਂ ਇਹ ਵੀ ਗੱਲ ਕੀਤੀ ਸੀ ਕਿ ਅਸੀਂ ਜਦੀਦ ਸ਼ਾਇਰੀ ਦੇ ਨਾਲ ਨਾਲ ਕਲਾਸਿਕ ਸ਼ਾਇਰੀ ਨੂੰ ਪੜ੍ਹਾਂਗੇ ਤਾਂ ਕਿ ਇੱਕ ਰਬਤ ਪੈਦਾ ਹੋ ਜਾਵੇ ਪੁਰਾਣੀ ਸ਼ਾਇਰੀ ਦੇ ਵਿੱਚ ਤੇ ਨਵੀਂ ਸ਼ਾਇਰੀ ਦੇ ਵਿੱਚ। ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਮੈਂ ਅੱਗੇ ਚੱਲ ਕੇ ਤੁਹਾਨੂੰ ਦੱਸਣਾ ਕਿ ਅੱਜ ਅਸੀਂ ਕਿਹੜਾ ਕਲਾਸਿਕ ਦਾ ਸ਼ਾਇਰ ਪੜ੍ਹਨਾ, ਪੁਰਾਣਾ ਸ਼ਾਇਰ ਪੜ੍ਹਨਾ। ਚूंकि ਰੋਜ਼ੇ ਚੱਲ ਰਹੇ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਲੈਕਚਰ ਜਿਹੜਾ ਹੈ ਉਹ ਮੁਖਤਸਰ ਵੀ ਹੋਵੇ ਲੇਕਿਨ ਜਾਮੇ ਹੋਵੇ, ਕਿ ਉਹਦੇ 'ਚ ਵੱਧ ਤੋਂ ਵੱਧ ਗੱਲਾਂ ਤੁਹਾਨੂੰ ਦੱਸੀਆਂ ਜਾ ਸਕਣ। ਤੁਸੀਂ ਇਹ ਵੇਖੋ ਕਿ ਸਾਡਾ ਜਿਹੜਾ ਅੱਜ ਦਾ ਲੈਕਚਰ ਹੈ ਉਹਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਪੜ੍ਹਨੀਆਂ ਨੇ। ਪਹਿਲੀ ਗੱਲ ਤੇ ਇਹ ਵੇ ਕਿ ਜਿਹੜੇ ਸ਼ਾਇਰ ਨੂੰ ਅਸੀਂ ਪੜ੍ਹਨਾ ਹੈ ਉਹਨਾਂ ਦਾ ਤਾਰਫ, ਉਹਨਾਂ ਦਾ ਜ਼ਮਾਨਾ ਕੀ ਹੈ, ਕਿਹੜੇ ਤੋਂ ਕਿਹੜੇ ਵੇਲੇ ਦੇ ਉਹ ਸ਼ਾਇਰ ਨੇ। ਫਿਰ ਸ਼ਾਇਰ ਦੀ ਹਯਾਤੀ ਬਾਰੇ ਕੁਝ ਗੱਲ ਕਰਾਂਗੇ ਅਸੀਂ। ਫਿਰ ਉਸ ਤੋਂ ਬਾਅਦ ਪੇਪਰ 'ਚ ਆਉਣ ਵਾਲਾ ਸਵਾਲ, ਉਸ ਸ਼ਾਇਰ ਦੇ ਬਾਰੇ ਜਿਹੜਾ PMS ਦੇ ਪੇਪਰ 'ਚ ਸਵਾਲ ਆਉਂਦਾ ਹੈ ਜਾਂ CSS ਦੇ ਪੇਪਰ 'ਚ ਸਵਾਲ ਆਉਂਦਾ ਹੈ, ਅਸੀਂ ਉਸ ਸਵਾਲ ਨੂੰ ਡਿਸਕਸ ਕਰਾਂਗੇ। ਕਿਉਂਕਿ ਬਾਬਾ ਫਰੀਦ ਜਿਹੜੇ ਹੈਗੇ ਨੇ ਇਹ PMS ਦੇ ਸਿਲੇਬਸ 'ਚ ਵੀ ਹੈਗੇ ਨੇ, ਸਾਨੂੰ ਪੜ੍ਹਨੇ ਪੈਂਦੇ ਨੇ, ਤੇ CSS ਦੇ ਸਿਲੇਬਸ ਵਿੱਚ ਵੀ ਸਾਨੂੰ ਇਹਨਾਂ ਨੂੰ ਪੜ੍ਹਨਾ ਪੈਂਦਾ। ਠੀਕ ਹੈ, ਤੇ ਅੱਜ ਦਾ ਲੈਕਚਰ ਤੁਸੀਂ ਇਸ ਹਿਸਾਬ ਨਾਲ ਵੀ ਸੁਣਨਾ ਹੈ ਕਿ ਜਿਹੜੇ ਬਾਬਾ ਫਰੀਦ ਨੇ ਇਹ PMS ਦੇ ਵਿੱਚ ਵੀ ਕੰਮ ਆਉਣਗੇ ਤੇ CSS ਦੇ ਵਿੱਚ ਵੀ ਕੰਮ ਆਉਣਗੇ, ਦੁਆ ਦੇ ਹਿਸਾਬ ਨਾਲ ਵੀ ਕੰਮ ਆਉਣਗੇ, ਤੇ ਜੇ ਤੁਸੀਂ ਇਹਨਾਂ ਦੀ ਸ਼ਾਇਰੀ ਪੜ੍ਹੋਗੇ ਤੇ ਉਂਝ ਵੀ ਕੰਮ ਆਉਣਗੇ। ਅੱਛਾ ਜੀ, ਪੇਪਰ ਦੇ ਹਵਾਲੇ ਨਾਲ ਤਸ਼ਰੀਹ ਦਾ ਪਹਿਲੂ, ਚूंकि ਸ਼ਾਇਰਾਂ ਦੇ ਕੋਲ ਜਿਹੜਾ ਉਹਨਾਂ ਦਾ ਇੱਕ ਬੁਨਿਆਦੀ ਵਸਫ ਹੁੰਦਾ ਹੈ ਉਹ ਸ਼ਾਇਰੀ ਹੁੰਦੀ ਹੈ, ਤੇ ਅਸੀਂ ਬਾਬਾ ਫਰੀਦ ਦੀ ਸ਼ਾਇਰੀ ਦੇ ਬਾਰੇ ਪੜ੍ਹਾਂਗੇ, ਉਹਨਾਂ ਦੀ ਸ਼ਾਇਰੀ ਦੇ ਮਜ਼ਾਮੀਨ ਦੇ ਬਾਰੇ ਪੜ੍ਹਾਂਗੇ, ਉਹਨਾਂ ਨੇ ਕਿਹੜੇ ਕਿਹੜੇ ਮੌਜ਼ੂਆਤ ਵਰਤੇ ਨੇ ਆਪਣੀ ਸ਼ਾਇਰੀ ਵਿੱਚ, ਤੇ ਉਹਨਾਂ 'ਚ ਕੀ ਕੀ ਦਰਸ ਦਿੱਤਾ ਉਸ ਟਾਈਮ ਦੇ ਲੋਕਾਂ ਨੂੰ, ਤੇ ਅੱਜ ਦੀ ਦੁਨੀਆ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਉਹ ਕਿਵੇਂ ਅਪਲਾਈ ਹੁੰਦੇ ਨੇ। ਅਸੀਂ ਇਸ ਚੀਜ਼ ਨੂੰ ਵੀ ਪੜ੍ਹਾਂਗੇ। ਆਖਰ ਤੇ ਤੁਹਾਨੂੰ ਮੈਂ ਸ਼ਾਹ ਹੁਸੈਨ ਹੋਰਾਂ ਦੀ, ਹਜ਼ਰਤ ਸ਼ਾਹ ਹੁਸੈਨ ਦੀ ਇੱਕ ਕਾਫੀ ਸੁਣਾਵਾਂਗਾ ਜਿਹੜੀ ਮੈਨੂੰ ਬਹੁਤ ਪਸੰਦ ਹੈ, ਉਹ ਅਸੀਂ ਆਖਰ ਤੇ ਪੜ੍ਹਾਂਗੇ। ਅੱਛਾ ਜੀ, ਕਲਾਸਿਕੀ ਸ਼ਾਇਰੀ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਪਹਿਲੇ ਲੈਕਚਰ ਨੂੰ ਜੇ ਤੁਸੀਂ ਸੁਣਿਆ ਹੋਇਆ ਹੈ, ਜੇ ਤੁਸੀਂ ਪਹਿਲਾ ਲੈਕਚਰ ਲਿਆ ਹੋਇਆ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ ਪਹਿਲੇ ਲੈਕਚਰ 'ਚ ਮੈਂ ਦੱਸਿਆ ਸੀ ਕਿ ਕਲਾਸਿਕੀ ਸ਼ਾਇਰੀ PMS ਦੇ ਪਰਚਾ ਅਲਫ ਦੇ ਵਿੱਚ ਕਿਹੜੇ ਕਿਹੜੇ ਸ਼ਾਇਰ ਆਉਂਦੇ ਨੇ। ਪਹਿਲੇ ਸ਼ਾਇਰ ਜਿਹੜੇ ਨੇ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਰਹਿਮਤੁल्लाह अलैह ਨੇ, ਜਿਨ੍ਹਾਂ ਨੂੰ ਅਸੀਂ ਅੱਜ ਪੜ੍ਹਨਾ ਹੈ। ਦੂਸਰੇ ਸ਼ਾਇਰ ਨੇ ਹਜ਼ਰਤ ਸ਼ਾਹ ਹੁਸੈਨ, ਤੇ ਤੀਸਰੇ ਸ਼ਾਇਰ ਹਜ਼ਰਤ ਸੁਲਤਾਨ ਬਾਹੂ ਨੇ, ਚੌਥੇ ਸ਼ਾਇਰ ਹਜ਼ਰਤ ਬੁੱਲੇ ਸ਼ਾਹ ਨੇ, ਪੰਜਵੇਂ ਸ਼ਾਇਰ ਨੇ ਹਜ਼ਰਤ ख्वाजा गुलाम फरीद। ਮੈਂ ਦੱਸਿਆ ਸੀ ਪਿਛਲੇ ਲੈਕਚਰ 'ਚ, ਮੈਂ ਉਹਨੂੰ ਮੁਖਤਸਰਨ ਦੱਸ ਦਿੰਨਾ ਕਿ ਇਹ ਪੰਜੇ ਸ਼ਾਇਰ ਜਿਹੜੇ ਨੇ ਇਹਨਾਂ ਨੂੰ ਇਹਨਾਂ ਦੇ ਦੌਰ ਦੇ ਹਿਸਾਬ ਦੇ ਨਾਲ PMS ਦੇ ਪਰਚਾ ਅਲਫ ਦੇ ਸਿਲੇਬਸ ਦੇ ਵਿੱਚ ਦਿੱਤਾ ਗਿਆ। ਯਾਨੀ ਬਾਬਾ ਫਰੀਦ ਜਿਹੜੇ ਨੇ ਸਭ ਤੋਂ ਪੁਰਾਣੇ ਸ਼ਾਇਰ ਨੇ ਪੰਜਾਬੀ ਦੇ, ਹਜ਼ਰਤ ਸ਼ਾਹ ਹੁਸੈਨ ਜਿਹੜੇ ਨੇ ਇਹ ਦੂਜੇ ਪੁਰਾਣੇ ਸ਼ਾਇਰ ਨੇ ਤੇ ਦੂਜੇ ਵੱਡੇ ਸ਼ਾਇਰ ਨੇ, ਤੀਸਰੇ ਨੰਬਰ ਤੇ ਜਿਹੜੇ ਨੇ ਹਜ਼ਰਤ ਸੁਲਤਾਨ ਬਾਹੂ ਨੇ, ਇਹ ਤੀਸਰੇ ਨੰਬਰ ਤੇ ਨੇ, ਚੌਥੇ ਨੰਬਰ ਤੇ ਜਿਹੜੇ ਪੰਜਾਬੀ ਦੇ ਪੁਰਾਣੇ ਸ਼ਾਇਰ ਨੇ ਉਹਨਾਂ ਚੋਂ ਹਜ਼ਰਤ ਬਾਬਾ ਬੁੱਲੇ ਸ਼ਾਹ ਆਉਂਦੇ ਨੇ, ਕਸੂਰ ਵਾਲੇ ਤੁਸੀਂ ਜਾਣਦੇ। ਹਜ਼ਰਤ ख्वाजा गुलाम फरीद ਪੰਜਵੇਂ ਸ਼ਾਇਰ ਨੇ ਤੇ ਪੁਰਾਣੇ ਤੇ ਕਲਾਸਿਕ ਸ਼ਾਇਰਾਂ 'ਚ ਆਖਰੀ ਸ਼ਾਇਰ। ਇਹਨਾਂ ਜਿਹਦੀ 30 ਨੰਬਰ ਨੇ ਕਲਾਸਿਕੀ ਸ਼ਾਇਰੀ ਦੇ। ਠੀਕ ਹੈ ਜੀ, ਅੱਜ ਅਸੀਂ ਇਹਨਾਂ 30 ਨੰਬਰਾਂ ਚੋਂ ਪਹਿਲੇ ਜਿਹੜੇ ਸ਼ਾਇਰ ਨੇ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ, ਉਹਨਾਂ ਨੂੰ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ। ਅੱਛਾ ਜੀ, ਜਦੀਦ ਤੇ ਕਲਾਸਿਕ ਵਿੱਚ ਕੀ ਫਰਕ ਹੁੰਦਾ ਹੈ ਇਹ ਮੈਂ ਆਪਣੇ ਪਿਛਲੇ ਲੈਕਚਰ 'ਚ ਦੱਸ ਦਿੱਤਾ ਸੀ। ਤੁਸੀਂ ਬਿਹਤਰ ਇਹ ਵੇ ਕਿ ਪਿਛਲਾ ਲੈਕਚਰ ਲੈ ਲਵੋ, ਤੁਸੀਂ ਉਹਦੇ ਤੋਂ ਮੁਨੀਰ ਨਿਆਜ਼ ਸਾਹਿਬ ਜਿਹੜੀ ਪੰਜਾਬੀ ਸ਼ਾਇਰੀ ਸੀ ਅਸੀਂ ਉਹਦੇ ਤੇ ਗੱਲਬਾਤ ਕੀਤੀ, ਉਹਨੂੰ ਵੀ ਸੁਣੋ, ਤੇ ਜਦੀਦ ਤੇ ਕਲਾਸਿਕ ਜਿਹੜਾ ਮੈਂ ਫਰਕ ਦੱਸਿਆ ਸੀ ਉਹਨੂੰ ਵੀ ਤੁਸੀਂ ਉਹਦੇ 'ਚੋਂ ਸੁਣ ਸਕਦੇ ਹੋ। ਅੱਛਾ ਜੀ, ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ, ਇਹਨਾਂ ਦਾ ਤਾਰੁਫ ਅੱਜ ਅਸੀਂ ਪੜ੍ਹਨਾ ਹੈ। ਇਹਨਾਂ ਦਾ ਅਸਲ ਨਾਂ ਕੀ ਸੀ ਤੇ ਇਹਨਾਂ ਦਾ ਲਕਬ ਕੀ ਸੀ। ਅੱਛਾ ਜੀ, ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਜਿਹੜੇ ਸਨ ਇਹਨਾਂ ਦਾ ਅਸਲ ਨਾਮ ਮਸੂਦ ਸੀ। ਠੀਕ ਹੈ ਜੀ, ਤੇ ਫਰੀਦੁੱਦੀਨ ਗੰਜ ਸ਼ੱਕਰ ਇਹਨਾਂ ਦਾ ਲਕਬ ਸੀ। ਠੀਕ ਹੈ ਜੀ, ਇਹ ਇਹਨਾਂ ਦਾ ਅਸਲ ਨਾਂ ਹੋ ਗਿਆ ਤੇ ਇਹਨਾਂ ਦਾ ਲਕਬ ਹੋ ਗਿਆ। ਆਪ ਦਾ ਜਿਹੜਾ ਜ਼ਮਾਨਾ ਹੈ ਉਹ 1128 ਤੋਂ ਲੈ ਕੇ 1280 ਈਸਵੀ ਦਾ ਹੈ। ਠੀਕ ਹੈ, ਯਾਨੀ ਜਿਹੜੇ ਬਾਬਾ ਫਰੀਦ ਨੇ ਉਹ ਅੱਜ ਤੋਂ ਕੋਈ 700 750 800 ਸਾਲ ਪਹਿਲੇ ਦੇ ਸ਼ਾਇਰ ਨੇ। ਤੁਸੀਂ ਇਹ ਵੇਖੋ ਕਿ ਇਹਦੇ ਵਿੱਚ ਇੱਕ ਗੱਲ ਬਹੁਤ ਅਹਿਮ ਹੈ ਜਿਹੜੀ ਨੋਟ ਕਰਨ ਦੀ ਹੈ, ਉਹ ਇਹ ਵੇ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਇੰਨੀ ਪੁਰਾਣੀ ਜ਼ੁਬਾਨ ਹੈ ਕਿ ਇਹਦੇ ਵਿੱਚ ਲਿਟਰੇਚਰ ਜਿਹੜਾ ਹੈ ਉਹ ਵੀ ਸਾਨੂੰ
ਜਿਹੜਾ ਸਭ ਤੋਂ ਪੁਰਾਣਾ ਸ਼ਾਇਰ ਲੱਭਦਾ ਉਹ ਵੀ 800 ਸਾਲ ਪਹਿਲੇ ਦਾ ਲੱਭਦਾ। ਯਾਨੀ ਤੁਸੀਂ ਇਹ ਵੇਖੋ ਕਿ ਜਦੋਂ ਵੀ ਕੋਈ ਜ਼ੁਬਾਨ ਤਰਤੀਬ ਦਿੱਤੀ ਜਾਂਦੀ ਹੈ, ਕੋਈ ਜ਼ੁਬਾਨ ਬਣਦੀ ਹੈ, ਤੇ ਉਹਦੇ ਵਿੱਚ ਸ਼ੇਰ ਆਖਣ ਵਾਲੇ ਲੋਕ, ਉਹਦੇ ਵਿੱਚ ਨਸਰ ਲਿਖਣ ਵਾਲੇ ਲੋਕ, ਉਹਦੇ ਵਿੱਚ ਹੋਰ ਅਦਬ ਲਿਖਣ ਵਾਲੇ ਲੋਕ, ਉਹ ਬੜੇ ਬਾਅਦ ਚ ਜਾ ਕੇ ਪੈਦਾ ਹੁੰਦੇ ਨੇ, ਜਦਕਿ ਜ਼ੁਬਾਨ ਪਹਿਲੇ ਇੱਕ ਬੜਾ ਲੰਮਾ ਅਰਸਾ ਲੈਂਦੀ ਹੈ ਆਪਣੇ ਆਪ ਨੂੰ ਬਣਨ ਚ। ਤੁਸੀਂ ਉਰਦੂ ਜ਼ੁਬਾਨ ਦੇ ਸ਼ਾਇਦ ਹੋ, ਉਰਦੂ ਜ਼ੁਬਾਨ ਕਿਹੜੇ ਵੇਲੇ ਬਣੀ, 15ਵੀਂ 16ਵੀਂ ਸਦੀ ਚ, ਬਲਕਿ 17ਵੀਂ ਸਦੀ ਚ ਆ ਕੇ, 18ਵੀਂ ਸਦੀ ਚ ਆ ਕੇ ਉਰਦੂ ਜਿਹੜੇ ਆਪਣੇ ਉਹ ਪੈਰ ਪੱਕੇ ਕਰਦੀ ਪਈ ਏ। 19ਵੀਂ ਸਦੀ ਚ ਆ ਕੇ ਫਿਰ ਸ਼ਾਇਰਾਂ ਨੇ ਇਹਦੇ ਚ ਲਿਖਿਆ, ਗਾਲਬ ਨੇ ਲਿਖਿਆ, 18ਵੀਂ ਸਦੀ ਚ ਮੀਰ ਸਾਹਿਬ ਨੇ ਲਿਖਿਆ, ਮੀਰ ਤਕੀ ਮੀਰ ਨੇ, ਹੋਰ ਸ਼ਾਇਰਾਂ ਨੇ ਲਿਖਿਆ, ਉਸ ਤੋਂ ਪਹਿਲੇ ਵਲੀ ਦੱਖਣੀ ਨੇ ਉਰਦੂ ਚ ਲਿਖਿਆ। ਯਾਨੀ ਤੁਸੀਂ ਇਹ ਵੇਖੋ ਕਿ ਇੱਕ ਜ਼ੁਬਾਨ ਨੂੰ ਬਣਨ ਦੇ ਵਿੱਚ, ਉਹਨੂੰ ਫਿਰ ਪ੍ਰੋਸੈਸ ਹੋਣ ਦੇ ਵਿੱਚ, ਉਹਦੇ ਵਿੱਚ ਫਿਰ ਲੋਕਾਂ ਨੂੰ ਸ਼ੇਰ ਕਹਿਣ ਦੇ ਵਿੱਚ ਇੱਕ ਬੜਾ ਵੱਡਾ ਟਾਈਮ ਚਾਹੀਦਾ। ਤੇ ਜੇ ਬਾਬਾ ਫਰੀਦ ਹੋਰੀ, ਬਾਬਾ ਫਰੀਦੁੱਦੀਨ ਗਨਸ਼ੱਕਰ ਹੋਰੀ 800 ਸਾਲ ਪਹਿਲੇ ਸ਼ੇਰ ਲਿਖ ਰਹੇ ਨੇ, ਇਹਦਾ ਮਤਲਬ ਹੈ ਕਿ ਪੰਜਾਬੀ ਜ਼ੁਬਾਨ ਕਿਤੇ ਬਹੁਤ ਪਹਿਲੇ ਤੋਂ ਮੌਜੂਦ ਸੀ, ਉਹਦਾ ਕਲਚਰ ਮੌਜੂਦ ਸੀ। ਉਸ ਕਲਚਰ ਦੇ ਵਿੱਚ ਫਿਰ ਬਾਬਾ ਫਰੀਦੁੱਦੀਨ ਗਨਸ਼ੱਕਰ ਨੇ ਇਹ ਜ਼ਰੂਰਤ ਮਹਿਸੂਸ ਕੀਤੀ ਕਿ ਉਹ ਆਪਣੀ ਸ਼ਾਇਰੀ ਰਾਹੀਂ ਲੋਕਾਂ ਨੂੰ ਇਖਲਾਕੀਆਤ ਸਿਖਾਉਣ, ਜਿਹੜਾ ਕਿ ਉਹਨਾਂ ਦਾ ਅਹਿਮ ਮੌਜੂ ਹੈ, ਔਰ ਉਹਦੇ ਨਾਲ ਨਾਲ ਜ਼ਿੰਦਗੀ ਦੀਆਂ ਦੂਸਰੀਆਂ ਕਦਰਾਂ ਦੱਸਣ ਆਪਣੀ ਸ਼ਾਇਰੀ ਦੇ ਰਾਹੀਂ। ਤੇ ਸ਼ਾਇਰੀ ਜਿਹੜੀ ਹੈ ਉਦੋਂ ਜਨਰੇਟ ਹੁੰਦੀ ਹੈ, ਇੱਕ ਗੱਲ ਤੁਸੀਂ ਆਪਣੇ ਜ਼ਿਹਨ 'ਚ ਰੱਖ ਲਵੋ, ਜਦੋਂ ਜ਼ੁਬਾਨ ਮਜ਼ਬੂਤ ਹੋ ਚੁੱਕੀ ਹੁੰਦੀ ਹੈ, ਜਦੋਂ ਜ਼ੁਬਾਨ ਬਣ ਚੁੱਕੀ ਹੁੰਦੀ ਹੈ, ਜਦੋਂ ਜ਼ੁਬਾਨ ਆਪਣਾ ਪ੍ਰੋਸੈਸ ਮੁਕੰਮਲ ਕਰ ਚੁੱਕੀ ਹੁੰਦੀ ਹੈ, ਉਸ ਤੋਂ ਬਾਅਦ ਸ਼ਾਇਰੀ ਕਿਸੇ ਵੀ ਜ਼ੁਬਾਨ ਦੇ ਵਿੱਚ ਸਟੈਬਲਿਸ਼ ਹੁੰਦੀ। ਤੇ ਬਾਬਾ ਫਰੀਦ ਦਾ ਨਾਂ ਜੇ 800 ਸਾਲ ਪਹਿਲੇ ਵੀ ਗੂੰਜਦਾ ਸੀ, ਜੇ 800 ਸਾਲ ਪਹਿਲੇ ਵੀ ਸਾਨੂੰ ਉਹਨਾਂ ਦਾ ਨਾਂ ਨਿਸ਼ਾਨ ਦਿਸਦਾ ਹੈ, ਲੱਭਦਾ ਹੈ, ਤੇ ਇਹਦਾ ਮਤਲਬ ਹੈ ਕਿ ਪੰਜਾਬੀ ਜ਼ੁਬਾਨ ਦੀਆਂ ਜੜ੍ਹਾਂ ਇਸ ਤੋਂ ਬਹੁਤ ਪਹਿਲੇ ਦੀਆਂ ਨੇ। ਅਸੀਂ ਜਦੋਂ ਪੰਜਾਬੀ ਜ਼ੁਬਾਨ ਦਾ ਪਿਛੋਕੜ ਪੜਾਂਗੇ, ਪੰਜਾਬੀ ਜ਼ੁਬਾਨ ਦੇ ਬਾਰੇ ਅਸੀਂ ਪੜਾਂਗੇ, ਤੁਹਾਨੂੰ ਮੈਂ ਉਹਦੇ 'ਚ ਵੀ ਦੱਸਾਂਗਾ ਕਿ ਪੰਜਾਬੀ ਜ਼ੁਬਾਨ ਕਦੋਂ ਤੋਂ ਚੱਲੀ ਆ ਰਹੀ ਸੀ। ਆਰੀਆਵਾਂ ਦੇ ਆਉਣ ਤੋਂ ਪਹਿਲੇ, ਦਰਾਵੜਾਂ ਦੇ ਆਉਣ ਤੋਂ ਪਹਿਲੇ ਚੱਲੀ ਆ ਰਹੀ ਸੀ, ਜਾਂ ਉਹਨਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ। ਇਸ ਜ਼ੁਬਾਨ ਦਾ ਸਟਰਕਚਰ ਕੀ ਸੀ, ਤੇ ਜ਼ੁਬਾਨ ਵਿੱਚ ਕਿਵੇਂ ਕਿਵੇਂ ਦਾ ਅਦਬ ਉਸ ਤੋਂ ਬਾਅਦ ਤਖਲੀਕ ਹੁੰਦਾ ਰਿਹਾ। ਅੱਛਾ ਜੀ, ਆਪ ਦਾ ਜ਼ਮਾਨਾ ਮੈਂ ਦੱਸ ਦਿੱਤਾ 1128 ਤੋਂ 1280, ਠੀਕ ਹੈ ਜੀ। ਤੇ ਥੋੜਾ ਜਿਹਾ ਇਹਨਾਂ ਦੇ ਬਾਰੇ ਜਿਹੜਾ ਨਾ ਉਹ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਬਾਬਾ ਫਰੀਦ ਦਾ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਅਸਲ ਨਾਮ ਮਸੂਦ ਸੀ, ਤੇ ਗਨਸ਼ੱਕਰ ਆਪ ਦਾ ਲਕਬ ਸੀ। ਆਪ ਗਨਸ਼ੱਕਰ ਦੇ ਲਕਬ ਤੋਂ ਮਸ਼ਹੂਰ ਹੋਏ, ਜਿਹਦੇ ਪਸ ਮੰਜ਼ਰ 'ਚ ਕਾਫੀ ਸਾਰੀਆਂ ਰਿਵਾਇਤਾਂ ਮੌਜੂਦ ਨੇ। ਬਾਬਾ ਫਰੀਦ ਮੁਲਤਾਨ ਦੇ ਨੇੜੇ ਇੱਕ ਕਸਬੇ ਕੋਠੇਵਾਲ 'ਚ ਪੈਦਾ ਹੋਏ। ਇਹ ਅੱਜ ਵੀ ਮੁਲਤਾਨ ਤੋਂ 18-20 ਕਿਲੋਮੀਟਰ ਦੇ ਫਾਸਲੇ ਤੇ ਚੜ੍ਹਦੇ ਵਾਲੇ ਪਾਸੇ ਮੌਜੂਦ ਹੈ। ਆਪ 1180 ਨੂੰ ਜਮਾਲੁਦੀਨ ਸੁਲੇਮਾਨ ਦੇ ਘਰ ਪੈਦਾ ਹੋਏ, ਤੇ ਆਪ ਦੇ ਦਾਦਾ ਜੀ ਦਾ ਨਾਂ ਕਾਜ਼ੀ ਸ਼ੁਐਬ, ਜਦਕਿ ਵਾਲਦਾ ਮਾਜਦਾ ਦਾ ਨਾਂ ਕੁਰਸੁਮ ਬੀਬੀ ਸੀ। ਆਪ ਨੇ ਆਪਣੀ ਵਾਲਦਾ ਤੋਂ ਮੁੱਢਲੀ ਤਾਲੀਮ ਹਾਸਲ ਕੀਤੀ। ਯਾਨੀ ਇਸ ਤੋਂ ਇੱਕ ਗੱਲ ਵੀ ਤੁਹਾਡੇ ਸਾਹਮਣੇ ਖੁੱਲਦੀ ਹੈ ਕਿ ਉਸ ਵੇਲੇ ਲੋਕ ਜਿਹੜੇ ਸਨ ਉਹ ਆਪਣੇ ਘਰੋਂ ਬੁਨਿਆਦੀ ਤਾਲੀਮ ਹਾਸਲ ਕਰਦੇ ਸਨ, ਔਰ ਲੋਕਾਂ ਦੇ ਜਿਹੜੇ ਵਾਲਦੈਨ ਹੁੰਦੇ ਸਨ ਉਹ ਖੁਦ ਬੜੇ ਆਲਿਮ ਲੋਕ ਹੁੰਦੇ ਸਨ, ਔਰ ਆਪਣੇ ਬੱਚਿਆਂ ਦੀ ਤਰਬੀਅਤ ਜਿਹੜੀ ਹੈ ਉਹ ਇਨੀਸ਼ੀਅਲੀ ਇਬਤਦਾਈ ਤਾਲੀਮ ਜਿਹੜੀ ਹੈ ਉਹ ਖੁਦ ਕਰਦੇ ਹੁੰਦੇ ਸਨ। ਅੱਛਾ ਜੀ, ਮੁਲਤਾਨ ਦੇ ਆਲਮ ਹਜ਼ਰਤ ਮੌਲਾਨਾ ਮਿਨਹਾਜੁਦੀਨ ਤਿਰਮਜ਼ੀ ਹੋਰਾਂ ਦੇ ਮਦਰਸੇ ਤੋਂ ਅਰਬੀ, ਫਾਰਸੀ, ਕੁਰਾਨ, ਹਦੀਸ, ਫਿਕਾ ਤੇ ਤਫਸੀਰ ਤੋਂ ਇਲਾਵਾ ਦੂਜੇ ਮੁਰਵਜ ਇਲਮਾਂ ਵਿੱਚ ਵੀ ਮਹਾਰਤ ਹਾਸਿਲ ਕੀਤੀ। ਬੁਨਿਆਦੀ ਤੌਰ ਤੇ ਹਜ਼ਰਤ ਬਾਬਾ ਫਰੀਦੁੱਦੀਨ ਗਨਸ਼ੱਕਰ, ਅਸੀਂ ਜੇ ਸਿੱਧਾ ਟੁਰੀਏ ਆਪਣੇ ਮੌਜੂਦ ਦੇ ਹਿਸਾਬ ਨਾਲ, ਤੇ ਹਜ਼ਰਤ ਬਾਬਾ ਫਰੀਦੁੱਦੀਨ ਗਨਸ਼ੱਕਰ ਜਿਹੜੇ ਸਨ ਇਹ ਅਰਬੀ ਤੇ ਫਾਰਸੀ ਦੇ ਆਲਮ ਸਨ, ਲੇਕਿਨ ਇਹਨਾਂ ਦੀ ਸ਼ਾਇਰੀ ਸਾਨੂੰ, ਇਹਨਾਂ ਦਾ ਕੰਮ ਸਾਨੂੰ, ਇਹਨਾਂ ਦਾ ਲਿਟਰੇਰੀ ਕੰਮ, ਕ੍ਰੀਏਟਿਵ ਕੰਮ ਸਾਨੂੰ ਪੰਜਾਬੀ ਵਿੱਚ ਹੀ ਮਿਲਦਾ, ਠੀਕ ਹੈ, ਕਿਉਂਕਿ ਉਸ ਟਾਈਮ ਇਹਨਾਂ ਦੀ ਜ਼ੁਬਾਨ ਪੰਜਾਬੀ ਹੀ ਸੀ, ਔਰ ਇਹਨਾਂ ਨੇ ਇਸ ਚੀਜ਼ ਨੂੰ ਪ੍ਰੈਫਰ ਕੀਤਾ, ਇਸ ਚੀਜ਼ ਨੂੰ ਇਹਨਾਂ ਨੇ ਅੱਗੇ ਰੱਖਿਆ, ਵਧਾ ਕੇ ਰੱਖਿਆ ਕਿ ਉਹ ਪੰਜਾਬੀ 'ਚ ਲਿਖਣ, ਹਾਲਾਂਕਿ ਉਹ ਅਰਬੀ ਤੇ ਫਾਰਸੀ ਦੇ ਆਲਮ ਸਨ। ਕਿਉਂਕਿ ਸੂਫੀਆਂ ਦਾ ਜਿਹੜਾ ਪੁਰਾਣਾ ਤੇ ਬੁਨਿਆਦੀ ਸਟਰਕਚਰ ਤੇ ਜਿਹੜਾ ਬੈਕਗ੍ਰਾਉਂਡ ਹੈ ਉਹ ਅਰਬੀ ਤੇ ਫਾਰਸੀ ਦਾ ਹੁੰਦਾ ਹੈ, ਲੇਕਿਨ ਹਰ ਸੂਫੀ, ਤੁਸੀਂ ਇਹ ਵੇਖੋ ਕਿ ਸਾਡੇ ਜਿੰਨੇ ਵੀ ਪੰਜਾਬੀ ਦੇ ਸ਼ਾਇਰ ਨੇ, ਬਾਬਾ ਫਰੀਦ ਹੋ ਜਾਣ, ਸ਼ਾਹ ਹੁਸੈਨ ਹੋ ਜਾਣ, ਜਾਂ ਉਸ ਤੋਂ ਬਾਅਦ ਹਜ਼ਰਤ ਸੁਲਤਾਨ ਬਾਹੂ ਹੋ ਜਾਣ, ਜਾਂ ਉਸ ਤੋਂ ਬਾਅਦ ਵਾਲੇ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ, ਸਾਰੇ ਸਾਡੇ ਬਾਬਿਆਂ ਦਾ ਬੈਕਗ੍ਰਾਉਂਡ ਸੂਫੀ ਸੀ, ਲੇਕਿਨ ਉਹਨਾਂ ਨੇ ਆਪਣੀ ਸ਼ਾਇਰੀ ਦੀ ਜ਼ੁਬਾਨ ਜਿਹੜੀ ਹੈ ਉਹ ਪੰਜਾਬੀ ਰੱਖੀ ਹੈ। ਵਾਰਿਸ ਸ਼ਾਹ ਨੇ ਵੀ ਕੁੱਲ ਇਲਮ ਪੜ੍ਹਿਆ ਦੁਨੀਆ ਦਾ, 14 ਇਲਮ ਪੜ੍ਹੇ ਨੇ, ਪਰ ਫਿਰ ਵੀ ਉਹਨਾਂ ਨੇ ਆਪਣੀ ਜ਼ੁਬਾਨ ਪੰਜਾਬੀ ਰੱਖੀ ਹੈ। ਅੱਛਾ ਜੀ, ਇੱਕ ਵਾਰੀ ਇੱਕ ਉਸਤਾਦ ਦਾ ਵਾਕਿਆ ਹੈ ਬਾਬਾ ਫਰੀਦ ਹੋਰਾਂ ਦੇ। ਇੱਕ ਵਾਰੀ ਆਪ ਜਿਹੜੇ ਸਨ ਉਹ ਤਫਸੀਰ ਨਾਫੇ ਪੜ੍ਹਦੇ ਪਏ ਸਨ, ਤੇ ਹਜ਼ਰਤ ख्वाजा बख्तियार काकी रहमतुल्लाह अलैह तशरीफ लियाए,
ਤੇ ਜਦੋਂ ਆਪ ਨੂੰ ਉਹਨਾਂ ਨੇ ਵੇਖਿਆ ਕਿ ਆਪ ਮੁਤਾਲੇ 'ਚ ਰੁੱਝੇ ਹੋਏ ਨੇ, ਮਸਰੂਫ ਨੇ, ਤੇ ਆਪ ਨੇ ਪੁੱਛਿਆ ਕਿ ਕੀ ਪੜ੍ਹਦੇ ਪਏ ਹੋ, ਤੇ ਹਜ਼ਰਤ ਫਰੀਦੁੱਦੀਨ ਗੰਜਸ਼ੱਕਰ ਉਹਨਾਂ ਨੇ ਕਿਹਾ ਕਿ ਮੈਂ ਨਾਫੇ ਪੜ੍ਹਦਾ ਪਿਆ। ਤੇ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह ਨੇ ਕਿਹਾ ਕਿ ਇਹ ਤੁਹਾਨੂੰ ਕੁਝ ਨਫਾ ਵੀ ਦੇਗੀ। ਤੇ ਉਦੋਂ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ੱਕਰ ਸਮਝ ਗਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ, ਮੈਨੂੰ ਨਫਾ ਤੁਹਾਡੇ ਜੋੜਿਆਂ ਤੋਂ ਹੀ ਨਸੀਬ ਹੋ ਸਕਦਾ ਹੈ, ਇਹ ਕਿਤਾਬ ਮੈਨੂੰ ਕੋਈ ਨਫਾ ਨਹੀਂ ਦੇ ਸਕਦੀ। ਤੇ ਉਸ ਤੋਂ ਬਾਅਦ ਆਪ ਸਿਲਸਿਲਾ ਚਿਸ਼ਤੀਆ ਦੇ ਬਾਕਾਇਦਾ ਮੁਰੀਦ ਹੋ ਗਏ ਔਰ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਹੋ ਗਏ। ਤੇ ਉਸ ਤੋਂ ਬਾਅਦ ਆਪ ਨੇ ਆਪਣੇ ਮੁਰਸ਼ਦ ਦੀ ਖਿਦਮਤ ਕੀਤੀ ਤੇ रूहानी तरबियत ਲਈ ਆਪਣੇ ਮੁਰਸ਼ਦ ਕੋਲ ਹੀ ਸਾਰੀ ਜ਼ਿੰਦਗੀ ਰਹੇ। ਠੀਕ ਹੈ ਜੀ। ਆਪ ਦੀ ਵਫਾਤ ਮਗਰੋਂ ਮੁਲਤਾਨ ਵਾਪਸ ਆ ਗਏ ਤੇ ਲੋਕਾਂ ਦੀ ਬਾਤਨੀ रूहानी तरबियत ਵਗੈਰਾ ਕਰਦੇ ਰਹੇ। ਠੀਕ ਹੈ ਜੀ। ਅੱਛਾ ਜੀ, ਇਹ ਇੱਕ ਬੁਨਿਆਦੀ ਤਾਰਫ ਹੈ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ੱਕਰ ਹੋਰਾਂ ਦਾ। ਜੇ ਤੁਸੀਂ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ੱਕਰ ਹੋਰਾਂ ਬਾਰੇ ਤਫਸੀਲੀ ਤੌਰ ਤੇ ਪੜ੍ਹਨਾ ਹੋਵੇ, ਬਹੁਤ ਸਾਰੇ ਲੋਕਾਂ ਨੇ ਪੁੱਛਿਆ ਵੀ ਸੀ ਕਿਤਾਬ ਦੇ ਬਾਰੇ, ਤੇ ਤੁਸੀਂ ਵਾਸਿਫ ਲਤੀਫ ਸਾਹਿਬ ਦੀ ਕਿਤਾਬ ਜਿਹੜੀ ਅਗਵਾਈ ਹੈ ਉਹ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ। ਇਹ ਤੇ ਇੱਕ ਕਿਤਾਬ ਹੈ ਜਿਹੜੀ CSS ਤੇ PMS ਦੇ ਹਵਾਲਿਆਂ ਤੁਸੀਂ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ੱਕਰ ਤੇ ਜਿੰਨੀਆਂ ਤਹਿਕੀਕੀ ਕਿਤਾਬਾਂ ਨੇ ਤੁਸੀਂ ਸਾਰੀਆਂ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਉਹਦੇ ਤੋਂ ਮਨਾ ਨਹੀਂ ਕਰਦਾ, ਤੁਹਾਡੀ ਆਪਣੀ ਤਹਿਕੀਕ ਹੈ, ਤੁਹਾਨੂੰ ਆਪਣਾ ਜਿੰਨਾ ਸ਼ੌਕ ਹੋਏ ਤੁਸੀਂ ਪੜ੍ਹ ਸਕਦੇ ਹੋ। ਲੇਕਿਨ CSS ਦੇ ਹਵਾਲੇ ਨਾਲ ਜਾਂ PMS ਦੇ ਹਵਾਲੇ ਨਾਲ ਤੁਸੀਂ ਅਗਵਾਈ ਪੜ੍ਹੋ ਤੇ ਉਹ ਵੀ ਕਾਫੀ ਹੈ। ਜੇ ਤੁਸੀਂ ਇਸ ਤੋਂ ਜ਼ਿਆਦਾ ਕੁਝ ਪੜ੍ਹਨਾ ਚਾਹੁੰਦੇ ਹੋ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह ਦੇ ਹਵਾਲੇ ਨਾਲ ਜਾਂ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ੱਕਰ ਦੇ ਹਵਾਲੇ ਨਾਲ, ਤੇ ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਅੱਛਾ ਜੀ, ਬਾਬਾ ਫਰੀਦ ਦੀਆਂ ਕਿਤਾਬਾਂ। ਬਾਬਾ ਫਰੀਦ ਦੀਆਂ ਜਿਹੜੀਆਂ ਕਿਤਾਬਾਂ ਨੇ, ਅਖਤਰ ਜਾਫਰੀ ਦੇ ਮੁਤਾਬਿਕ ਬਾਬਾ ਫਰੀਦ ਦੇ ਮਲਫੂਜ਼ਾਤ 3 ਕਿਤਾਬਾਂ 'ਚ ਮਿਲਦੇ ਨੇ ਸਾਨੂੰ। ਰਾਹਤੁਲ ਕੁਲੂਬ, ਇਸਰਾਰੁਲ ਔਲੀਆ, ਫਵਾਇਦੁਸ ਸਾਕਿਲੀਨ। ਰਾਹਤੁਲ ਕੁਲੂਬ, ਇਸਰਾਰੁਲ ਔਲੀਆ ਔਰ ਫਵਾਇਦੁਸ ਸਾਕਿਲੀਨ, ਇਹ 3 ਕਿਤਾਬਾਂ 'ਚ ਸਾਨੂੰ ਬਾਬਾ ਜੀ ਦੇ ਮਲਫੂਜ਼ਾਤ ਮਿਲਦੇ। ਠੀਕ ਹੈ ਜੀ। ਬਾਬਾ ਜੀ ਦੀ ਜਿਹੜੀ ਸ਼ਾਇਰੀ ਹੈ ਉਹਦਾ ਮਾਖਜ਼ ਤੇ ਕੁਰਾਨੋ ਹਦੀਸ ਸਮਝਿਆ ਜਾਂਦਾ ਹੈ। ਸਾਰੇ ਨਕਾਦ, ਸਾਰੇ ਸੂਫੀ, ਸਾਰੇ ਸ਼ੁਰਾ ਬਾਬਾ ਜੀ ਦੀ ਸ਼ਾਇਰੀ ਦਾ ਮਾਖਜ਼ ਜਿਹੜਾ ਹੈ ਉਹ ਕੁਰਾਨ ਕਰੀਮ ਨੂੰ ਤੇ ਹਦੀਸ ਨੂੰ ਮੰਨਦੇ ਨੇ। ਲੇਕਿਨ ਇਹ ਵੇ ਕਿ ਬਾਬਾ ਜੀ ਨੇ ਇਸਲਾਮ ਦੀ ਤਬਲੀਗ ਦੇ ਵਿੱਚ, ਚੂੰਕਿ ਉਹਨਾਂ ਦਾ ਇੱਕ ਸੂਫੀ ਬੈਕਗਰਾਊਂਡ ਸੀ, ਤੇ ਸੂਫੀ ਤਾਲੀਮਾਤ ਜਿੰਨੀਆਂ ਵੀ ਸਨ ਜਿਹੜੀਆਂ ਇਸਲਾਮ ਤੋਂ ਮੁਤਾਬਕਤ ਰੱਖਦੀਆਂ ਸਨ ਔਰ ਰੱਖਦੀਆਂ ਨੇ, ਉਹਨਾਂ ਸਾਰੀਆਂ ਤਾਲੀਮਾਤ ਨੂੰ ਆਪ ਨੇ ਆਪਣੀ ਸ਼ਾਇਰੀ ਦੇ ਰਾਹੀਂ ਦੱਸਿਆ। ਹੁਣ ਅਸੀਂ ਤੁਹਾਨੂੰ ਜ਼ਰਾ ਦੱਸਦੇ ਜਾਈਏ ਕਿ ਬਾਬਾ ਜੀ ਨੇ ਜਿਹੜਾ ਸ਼ਲੋਕ ਲਿਖਿਆ ਹੈ, ਉਸ ਸ਼ਲੋਕ ਦੀ ਤਾਰੀਫ ਕੀ ਹੈ। ਵੇਖੋ ਜੀ, ਕੋਈ ਵੀ ਜਿਹੜੀ ਸਿਨਫ ਹੈ ਉਹ 2 ਤਰੀਕਿਆਂ ਨਾਲ ਡਿਸਕਸ ਕੀਤੀ ਜਾ ਸਕਦੀ ਹੈ, ਸਮਝਾਈ ਜਾ ਸਕਦੀ ਹੈ ਜਾਂ ਬਿਆਨ ਕੀਤੀ ਜਾ ਸਕਦੀ ਹੈ। ਇੱਕ ਉਹਦੀ ਹੈਤ ਕੀ ਹੈ, ਯਾਨੀ ਉਹਦੀ ਸ਼ਕਲੋ ਸ਼ਬਾਹਤ ਕੀ ਹੈ। 2 ਮਿਸਰੇ ਨੇ, 3 ਮਿਸਰੇ, ਅੱਧਾ ਮਿਸਰਾ, 2.5 ਮਿਸਰੇ ਨੇ, ਜਾਂ ਜਿਵੇਂ ਨਜ਼ਮ ਹੁੰਦੀ ਹੈ 7 ਮਿਸਰੇ ਨੇ, 10 ਮਿਸਰੇ ਨੇ, ਜਾਂ 15 ਮਿਸਰੇ ਨੇ, ਜਾਂ 2 ਮਿਸਰੇ ਜਿਵੇਂ ਰਲ ਕੇ ਗਜ਼ਲ ਬਣਾਉਂਦੇ ਨੇ। ਉਹਦੀ ਹੈਤ ਕੀ ਹੁੰਦੀ ਹੈ? ਇੱਕ ਤੇ ਇਹ ਹੁੰਦਾ ਹੈ। ਦੂਸਰਾ, ਉਹਦੇ ਮਜ਼ਮੂਨ ਦੇ ਹਵਾਲੇ ਨਾਲ ਇਹ ਡਿਫਾਈਨ ਕੀਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਇਹ ਸਿਨਫ ਕਿਹੜੀ ਹੈ। ਜਿਵੇਂ ਗਜ਼ਲ ਦੇ ਬਾਰੇ ਆਮ ਮਸ਼ਹੂਰ ਹੈ ਕਿ ਗਜ਼ਲ ਦਾ ਮਤਲਬ ਹੈ ਔਰਤਾਂ ਨਾਲ ਗੱਲਾਂ ਕਰਨਾ, ਯਾਨੀ ਉਹਦੇ ਵਿੱਚ ਨਾਜ਼ੁਕ ਗੱਲਾਂ ਹੋਣਗੀਆਂ, ਔਰਤਾਂ ਦੀਆਂ ਗੱਲਾਂ ਹੋਣਗੀਆਂ, ਇਸ਼ਕੋ ਮਾਸ਼ੂਕੀ ਦੀਆਂ ਗੱਲਾਂ ਹੋਣਗੀਆਂ। ਇਹ ਸਾਰੇ ਮਜ਼ਾਮੀਨ ਜਿਹੜੇ ਨੇ ਗਜ਼ਲ ਦੇ ਸਮਝੇ ਜਾਂਦੇ ਨੇ। ਇਸ ਦੇ ਉੱਤੇ ਹੀ, ਚੂੰਕਿ ਉਹ ਵੀ 2 ਮਿਸਰਿਆਂ ਤੇ ਹੁੰਦੀ ਹੈ, ਇਹਦੇ ਉੱਤੇ ਹੀ ਇਸ ਗੱਲ ਦਾ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਗਜ਼ਲ ਹੈ ਜਾਂ ਇਹ ਸ਼ਲੋਕ ਹੈ, ਇਹ ਕਾਫੀ ਹੈ, ਇਹ ਨਜ਼ਮ ਹੈ। ਇੱਕ ਤੇ ਮਜ਼ਮੂਨ ਹੁੰਦਾ ਹੈ, ਠੀਕ ਹੈ ਨਾ, ਤੁਸੀਂ ਮਜ਼ਮੂਨ ਕਿਹੜਾ ਬੰਨਦੇ ਪਏ ਹੋ, ਸ਼ਾਇਰ ਮਜ਼ਮੂਨ ਕਿਹੜਾ ਬੰਨਦਾ ਪਿਆ ਹੈ, ਇਸ ਚੀਜ਼ ਤੇ ਫੈਸਲਾ ਕੀਤਾ ਜਾ ਸਕਦਾ ਹੈ। ਤੇ ਦੂਸਰਾ ਫੈਸਲਾ ਜਿਹੜਾ ਕੀਤਾ ਜਾ ਸਕਦਾ ਹੈ ਉਹਦੀ ਹੈਤ ਤੇ ਕੀਤਾ ਜਾ ਸਕਦਾ ਹੈ, ਉਹਦੀ ਸ਼ਕਲੋ ਸ਼ਬਾਹਤ ਤੇ ਕੀਤਾ ਜਾ ਸਕਦਾ ਹੈ ਕਿ ਉਹ 2 ਮਿਸਰੇ ਨੇ, 3 ਨੇ, 4 ਨੇ, 2.5 ਮਿਸਰੇ, ਜਿਸ ਤਰ੍ਹਾਂ ਬੋਲੀ 2.5 ਮਿਸਰੇ ਦੀ ਹੁੰਦੀ, 1.5 ਮਿਸਰੇ ਦੀ ਹੁੰਦੀ, ਸੌਰੀ, ਸਵਾ ਮਿਸਰਾ, 1.5 ਮਿਸਰਾ। ਠੀਕ ਹੈ ਜੀ। ਸ਼ਲੋਕ ਦੀ ਜਿਹੜੀ ਤਾਰੀਫ ਹੈ ਉਹ ਇਹ ਵੇ ਕਿ ਮੁਹੰਮਦ ਆਸਫ ਖਾਨ ਹੋਰੀ ਆਪਣੀ ਕਿਤਾਬ ਆਖਿਆ ਬਾਬਾ ਫਰੀਦ ਨੇ, ਉਹਦੇ ਵਿੱਚ ਸ਼ਲੋਕ ਦੇ ਬਾਰੇ ਲਿਖਦੇ ਨੇ ਕਿ ਸ਼ਲੋਕ 2 ਜਾਂ 2 ਤੋਂ ਵੱਧ ਮਿਸਰਿਆਂ ਦੀ ਇੱਕ ਅਜਿਹੀ ਨਜ਼ਮ ਹੈ ਜਿਸ ਨੂੰ ਕਿਸੇ ਅੱਲਾ ਲੋਕ ਨੇ ਲਿਖਿਆ ਹੈ। ਇਸ ਵਿੱਚ ਮੌਜੂ ਦੀ ਕੈਦ ਕੋਈ ਨਹੀਂ। ਰੱਬ ਦੀ ਹਮਦ ਤੋਂ ਲੈ ਕੇ ਸਰਕਾਰੀ ਮਸ਼ੀਨਰੀ ਦੇ ਜ਼ੁਲਮ ਤੋਂ ਜਬਰ ਤੱਕ ਹਰ ਚੀਜ਼ ਨੂੰ ਇਹਦਾ ਮੌਜੂ ਬਣਾਇਆ ਜਾ ਸਕਦਾ ਹੈ। ਯਾਨੀ ਅੱਲਾ ਤੋਂ ਲੈ ਕੇ, ਤਸਵੁਫ ਤੋਂ ਲੈ ਕੇ, ਜਦੀਦ ਮੌਜੂਆਤ ਜਿਹੜੇ ਮਸ਼ੀਨਰੀ ਦੇ, ਮਜ਼ਦੂਰ ਦੇ ਮੌਜੂਆਤ ਨੇ, ਸਾਡੀ ਜ਼ਿੰਦਗੀ ਦੇ ਮੌਜੂਆਤ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਲੋਕ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਅੱਜ ਦੇ ਦੌਰ 'ਚ ਕੌਣ ਸ਼ਲੋਕ ਲਿਖਦਾ ਪਿਆ। ਰਾਏ ਮੁਹੰਮਦ ਖਾਨ ਨਾਸਰ ਸਾਹਿਬ ਜਿਹੜੇ ਨਨਕਾਣਾ ਸਾਹਿਬ ਦੇ ਬੜੇ ਮਸ਼ਹੂਰ ਸ਼ਾਇਰ ਨੇ ਤੇ ਬੜੇ ਸੀਨੀਅਰ ਸ਼ਾਇਰ ਨੇ, ਉਹਨਾਂ ਦਾ ਇੱਕ ਸ਼ਲੋਕ ਮੈਂ ਤੁਹਾਡੀ ਗੋਸ਼ਗੁਜ਼ਾਰ ਕਰਨਾ ਵਾ, ਤੁਹਾਨੂੰ ਸੁਣਾਉਣਾ ਕਿ
ਬੂਰ ਨੂੰ ਆਖ ਹਨੇਰੀਏ ਅੱਜ ਆਪਣਾ ਆਪ ਸੰਭਾਲ। ਬੂਰ ਨੂੰ ਆਖ ਹਨੇਰੀਏ ਅੱਜ ਆਪਣਾ ਆਪ ਸੰਭਾਲ। ਤਾਂ ਚੰਗੇ ਭਾ ਜਾ ਤੁਲ ਸੇ ਜੇ ਰਸ ਸੇ ਟਾਣੀ ਨਾਲ। ਇਹ ਸ਼ਲੋਕ ਦੀ ਜਦੀਦ ਸ਼ਕਲ ਹੈ, ਜਾਂ ਇੱਕ ਹੋਰ ਸ਼ਲੋਕ ਉਹਨਾਂ ਦਾ ਮੈਂ ਤੁਹਾਨੂੰ ਸੁਣਾ ਦਿੰਦਾ। ਸਵਾ ਨੂੰ ਆਖ ਹੰਗਾਰਿਆ ਤੂੰ ਜੱਟ ਇੱਕ ਹੋਰ ਉਡੀਕ। ਸਵਾ ਨੂੰ ਆਖ ਹੰਗਾਰਿਆ ਤੂੰ ਜੱਟ ਇੱਕ ਹੋਰ ਉਡੀਕ। ਹਿੱਕ ਤੇਰਾ ਹੋਵਣ ਕਾਰਨੇ ਮੈਂ ਭਾਂਬੜ ਛੱਡੇ ਡੀਕ। ਇਹ ਅੱਜ ਦਾ ਸ਼ਲੋਕ ਹੈ। ਦੋ ਮਿਸਰੇ ਨੇ, ਤੁਸੀਂ ਇਹਦੇ ਤੋਂ ਹਿਸਾਬ ਲਾ ਸਕਦੇ ਹੋ, ਤੁਸੀਂ ਸਮਝ ਸਕਦੇ ਹੋ। ਇਹ ਸ਼ਲੋਕ ਅਸੀਂ ਬਾਬਾ ਫਰੀਦ ਦੇ ਸ਼ਲੋਕ ਵੀ ਪੜਾਂਗੇ, ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇਹ ਸ਼ਲੋਕ ਦੀ ਸਿਨਫ ਹੈ। ਜੇ ਤੁਹਾਨੂੰ ਸਵਾਲ ਆ ਜਾਏ ਕਿ ਸ਼ਲੋਕ ਦੀ ਸਿਨਫ ਕੀ ਹੁੰਦੀ ਹੈ, ਤੇ ਤੁਸੀਂ ਦੱਸਣਾ ਹੈ ਕਿ ਇਹ ਦੋ ਜਾਂ ਦੋ ਤੋਂ ਜ਼ਿਆਦਾ ਮਿਸਰਿਆਂ ਦੀ ਇੱਕ ਅਜਿਹੀ ਨਜ਼ਮ ਹੁੰਦੀ ਹੈ ਜਿਹਨੂੰ ਕਿਸੇ ਅੱਲਾ ਲੋਕ ਨੇ ਲਿਖਿਆ ਹੈ, ਤੇ ਇਹਦੇ ਵਿੱਚ ਮਜ਼ਮੂਨ ਦੀ ਕੋਈ ਕੈਦ ਨਹੀਂ। ਖਾਹ ਉਹ ਅੱਲਾਹ ਤਾਲਾ ਦੇ ਬਾਰੇ ਕੋਈ ਗੱਲ ਹੋਵੇ ਜਾਂ ਜਦੀਦ ਮਸ਼ੀਨਰੀ ਦੇ ਦੌਰ ਦੇ ਬਾਰੇ ਕੋਈ ਗੱਲ ਹੋਵੇ, ਇਹਦੇ ਵਿੱਚ ਕੋਈ ਜਿਹੜਾ ਹੈ ਨਾ ਉਹ ਮਜ਼ਮੂਨ ਇਖਤਿਆਰ ਕੀਤਾ ਜਾ ਸਕਦਾ ਕੋਈ ਵੀ। ਅੱਛਾ ਜੀ, ਅੱਗੇ ਜਿਹੜੀ ਚੀਜ਼ ਅਸੀਂ ਪੜ੍ਹਨੀ ਹੋਏਗੀ ਹੈ ਸ਼ਾਇਰੀ ਦੇ ਮੌਜ਼ੂਆਤ। ਬਾਬਾ ਫਰੀਦ ਹੋਰਾਂ ਦੀ ਸ਼ਾਇਰੀ ਜਿਹੜੀ ਹੈਗੀ ਹੈ ਉਹਦੇ ਮੌਜ਼ੂਆਤ ਕੀ ਨੇ। ਸਭ ਤੋਂ ਪਹਿਲਾ ਮੌਜੂ ਜਿਹੜਾ ਸਾਡੇ ਸਾਹਮਣੇ ਆਂਦਾ ਹੈ ਉਹ ਤਸਵੁਫ ਆਂਦਾ ਹੈ। ਤਸਵੁਫ ਨੂੰ, ਚੂੰਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਸਾਡੇ ਬਾਬਿਆਂ ਦੀ ਜਿਹੜੀ ਬੈਕਗਰਾਉਂਡ ਹੈ ਉਹਨਾਂ ਦਾ, ਉਹ ਸਾਰਾ ਤਸਵੁਫ ਤੇ ਬੇਸਡ ਹੈ। ਉਹ ਇਸ਼ਕੇ ਹਕੀਕੀ ਤੇ, ਵਾਹਦਤੁਲ ਵਜੂਦ ਤੇ, ਮੁਰਸ਼ਦ ਦੇ ਜ਼ਿਕਰ ਤੇ ਅੱਗੇ ਜਿਹੜੇ ਮੌਜ਼ੂਆਤ ਆਣੇ ਨੇ, ਅਸੀਂ ਪੜ੍ਹਨੇ ਅੱਜ ਹੀ ਪੜ੍ਹਨੇ ਨੇ ਅਸੀਂ ਇਸੇ ਲੈਕਚਰ 'ਚ, ਉਹ ਸਾਰੀਆਂ ਉਹਨਾਂ ਦੀ ਬੁਨਿਆਦ ਸਮਝੀਆਂ ਜਾਂਦੀਆਂ ਨੇ। ਜਦੋਂ ਸਮਾਜ 'ਚ ਅਖਲਾਕੀ ਕਦਰਾਂ ਦਾ ਜ਼ਵਾਲ ਆ ਜਾਂਦਾ ਤੇ ਬਜ਼ੁਰਗਾਂ ਦਾ ਧਿਆਨ ਦੀਨ ਦੀਆਂ ਕਦਰਾਂ ਕਾਇਮ ਕਰਨ ਵਾਲੇ ਪਾਸੇ ਚਲਾ ਜਾਂਦਾ, ਯਾਨੀ ਕੋਈ ਸੂਫੀ ਬਜ਼ੁਰਗ ਦੀਨ ਦੀ ਅਸਲ ਰੂਹ ਨੂੰ ਅਮਲੀ ਤੌਰ ਤੇ ਆਪਣੀ ਜ਼ਿੰਦਗੀ ਵਿੱਚ ਇਖਤਿਆਰ ਕਰਦਾ ਹੈ ਤੇ ਉਹਨੂੰ ਆਪਣੇ ਵਾਸਤੇ ਰੋਲ ਮਾਡਲ ਦੇ ਤੌਰ ਤੇ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਉਹਨੂੰ ਪੇਸ਼ ਕਰਦਾ, ਤਾਂ ਜੇ ਲੋਕੀ ਉਹਨੂੰ ਵੇਖ ਕੇ ਸਿੱਧਾ ਰਾਹ ਫੜ ਲੈਣ। ਤਸਵੁਫ ਬਾਰੇ ਮੁਖਤਲਿਫ ਸੋਜਨਾਵਾਂ ਦੀਆਂ ਤਾਰੀਫਾਂ ਜਿਹੜੀਆਂ ਨੇ ਉਹ ਰਲੀ ਮਿਲੀ ਕੁਝ ਇਸ ਤਰ੍ਹਾਂ ਤਾਰੀਫ ਬਣਦੀ ਹੈ ਕਿ ਤਸਵੁਫ ਉਹ ਇਲਮ ਹੈ ਜਿਹਦੇ ਨਾਲ ਨਫਸ ਦੀ ਸਫਾਈ, ਇਖਲਾਕ ਦੀ ਪਾਕੀਜ਼ਗੀ, ਅੰਦਰਲੀ ਤੇ ਬਾਹਰਲੀ ਦੁਨੀਆ ਦੀ ਤਾਮੀਰ ਤੇ ਤਸ਼ਕੀਲ, ਨਫਸਾਨੀ ਖਾਹਿਸ਼ਾਂ ਦਾ ਖਾਤਮਾ, ਜ਼ਾਹਿਰ ਤੇ ਬਾਤਿਨ ਦੀ ਇਸਲਾਹ, ਆਲਾ ਇਖਲਾਕੀਆਤ ਦਾ ਦਰਸ ਤੇ ਦਿਲ ਤੋਂ ਗੈਰ ਅੱਲਾ ਨੂੰ ਕੱਢ ਦੇਣ ਦਾ ਨਾਂ ਹੈ। ਹੁਣ ਇਹ ਤਸਵੁਫ ਦੀ ਤੁਸੀਂ ਤਾਰੀਫ ਸੁਣੀ ਹੈ ਕਿ ਤਸਵੁਫ ਜਿਹੜਾ ਹੈ ਅੱਲਾਹ ਤਾਲਾ ਜਿਹੜਾ ਹੈ ਉਹ ਤੁਹਾਡੇ ਮਨ ਵਿੱਚ ਵਸਦਾ ਹੋਣਾ ਚਾਹੀਦਾ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਸਾਦਾ ਜੀ ਮਿਸਾਲ ਦਵਾਂ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਹੀ ਜਿਸ ਤਰ੍ਹਾਂ ਅਸੀਂ ਮੁਖਤਲਿਫ ਚੀਜ਼ਾਂ ਦੇ ਵਿੱਚ ਖਿੰਡੇ ਫੁੱਟੇ ਰਹਿੰਦੇ ਹਾਂ, ਅਸੀਂ ਜਿਹੜਾ ਉਹ ਸਾਡੇ ਆਸੇ ਪਾਸੇ ਇੰਨਾ ਸ਼ੋਰ ਹੋ ਗਿਆ ਕਿ ਅਸੀਂ ਆਪਣੇ ਆਪ ਨੂੰ ਕਦੀ ਨਹੀਂ ਲੱਭੇ ਤੇ ਰੱਬ ਨੂੰ ਅਸੀਂ ਕੀ ਲੱਭ ਲੈਣਾ। ਇਸ ਦੌਰ ਦੇ ਵਿੱਚ ਵੀ ਇਹ ਜਿਹੜੀ ਤਾਬੀਰ ਹੈ ਤਸਵੁਫ ਦੀ, ਜੇ ਅਸੀਂ ਆਪਣੇ ਉੱਤੇ ਅਜ਼ਮਾ ਲਈਏ, ਅਪਲਾਈ ਕਰ ਲਈਏ, ਤੇ ਸਾਨੂੰ ਅੱਜ ਵੀ ਬੜਾ ਫਾਇਦਾ ਹੋ ਸਕਦਾ। ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਜਿਹੜਾ ਤਸਵੁਫ ਹੈ ਉਹ ਬਿਲਕੁਲ ਇਹੀ ਹੈ ਕਿ ਉਹਨਾਂ ਨੇ ਦੀਨ ਦੀਆਂ ਕਦਰਾਂ ਨੂੰ ਜਦੋਂ ਵੇਖਿਆ ਕਿ ਮੁਆਸ਼ਰੇ ਦੇ ਵਿੱਚ ਉਹ ਨਾਪੈਦ ਹੋ ਰਹੀਆਂ ਨੇ ਤੇ ਘਟਦੀਆਂ ਜਾ ਰਹੀਆਂ ਨੇ, ਤੇ ਉਹਨਾਂ ਨੇ ਦੀਨ ਦੀਆਂ ਕਦਰਾਂ ਨੂੰ ਦੁਬਾਰਾ ਬਹਾਲ ਕਰਨ ਲਈ ਸ਼ਾਇਰੀ ਦੇ ਵਿੱਚ ਇਸਤੇਮਾਲ ਕੀਤਾ। ਕਿਉਂਕਿ ਸ਼ਾਇਰੀ ਇੱਕ ਐਸਾ ਰਸਤਾ ਹੁੰਦਾ ਹੈ, ਇੱਕ ਐਸਾ ਵੇ ਆਫ ਲਾਈਫ ਹੁੰਦਾ ਹੈ, ਇੱਕ ਐਸਾ ਵੇ ਆਫ ਥਾਟ ਹੁੰਦਾ ਹੈ ਕਿ ਜਿਹਦੇ ਜ਼ਰੀਏ ਜਿਹੜੀ ਵੀ ਗੱਲ ਕੀਤੀ ਜਾਂਦੀ ਹੈ ਉਹ ਲੋਕਾਂ ਦੇ ਦਿਲ ਤੱਕ ਖੁੱਭ ਜਾਂਦੀ ਹੈ, ਲੋਕਾਂ ਦੇ ਦਿਲ ਤੱਕ ਪਹੁੰਚ ਜਾਂਦੀ ਹੈ। ਜਿਵੇਂ ਅਸੀਂ ਆਨੇ ਹਾਂ ਕਿ ਅਲਾਮਾ ਇਕਬਾਲ ਨੇ ਆਪਣੀ ਸ਼ਾਇਰੀ ਕੀਤੀ, ਅਲਾਮਾ ਇਕਬਾਲ ਨੇ ਸ਼ਾਇਰੀ ਦੇ ਰਾਹੀਂ ਆਪਣਾ ਫਲਸਫਾ ਸਾਡੇ ਤੱਕ ਪਹੁੰਚਾਇਆ। ਉਹਨਾਂ ਨੇ ਸ਼ਾਇਰੀ ਦੀ ਰਾਹੀਂ ਹੀ ਕਿਉਂ ਪਹੁੰਚਾਇਆ? ਉਹਨਾਂ ਨੇ ਨਸਰ ਦੇ ਵਿੱਚ ਕਿਉਂ ਨਹੀਂ ਲਿਖਿਆ, ਕਿਸੇ ਰਸਾਲੇ ਦੇ ਵਿੱਚ ਕਿਉਂ ਨਹੀਂ ਲਿਖਿਆ? ਤੇ ਉਹਦੀ ਵਜ੍ਹਾ ਇਹ ਹੈ ਕਿ ਸ਼ਾਇਰੀ ਜਿਹੜੀ ਹੁੰਦੀ ਹੈ ਉਹ ਲੋਕਾਂ ਨੂੰ ਜਲਦੀ ਕੈਚ ਕਰ ਲੈਂਦੀ, ਲੋਕਾਂ ਦੇ ਦਿਲ ਨੂੰ ਛੇਤੀ ਫੜ ਲੈਂਦੀ ਤੇ ਦਿਲ ਨੂੰ ਮੋਮ ਛੇਤੀ ਕਰ ਲੈਂਦੀ। ਇਸ ਵਾਸਤੇ ਬਾਬਾ ਜੀ ਨੇ ਆਪਣੀ ਸ਼ਾਇਰੀ ਨੂੰ ਜਿਹੜਾ ਹੈ ਉਹ ਤਸਵੁਫ ਨੂੰ ਸ਼ਾਇਰੀ ਦੇ ਰਾਹੀਂ ਬਿਆਨ ਕੀਤਾ ਤੇ ਆਪਣੀ ਸ਼ਾਇਰੀ ਨੂੰ ਲੋਕਾਂ ਨੂੰ ਜਿਹੜਾ ਨਾ ਉਹ ਆਪਣੀ ਗੱਲ ਪਹੁੰਚਾਉਣ ਦਾ ਤੇ ਲੋਕਾਂ ਦੀ ਇਸਲਾਹ ਕਰਨ ਦਾ ਉਹਨਾਂ ਨੇ ਇਹ ਸਾਰਾ ਮੌਜਬ ਬਣਾਇਆ, ਠੀਕ ਹੈ ਜੀ। ਅੱਛਾ ਜੀ, ਹੁਣ ਤੁਸੀਂ ਇਹ ਵੇਖੋ ਕਿ ਬਾਬਾ ਜੀ ਜਿਹੜੇ ਨੇ ਉਹ ਕਿਸ ਤਰ੍ਹਾਂ ਤਾਲੀਮ ਕਰਦੇ ਨੇ। ਇੱਕ ਸ਼ਲੋਕ ਉਹਨਾਂ ਦਾ ਅਸੀਂ ਪੜ੍ਹਨੇ ਆ, ਫਰੀਦਾ ਰੋਟੀ ਮੇਰੀ ਕਾਠ ਦੀ ਤੇ ਲਾਵਣ ਮੇਰੀ ਭੁੱਖ। ਫਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਠੀਕ, ਹੁਣ ਤੁਸੀਂ ਇਹ ਵੇਖੋ ਕਿ ਉਹ ਜਦੋਂ ਭੁੱਖ ਲੱਗਦੀ ਏ ਤੇ ਜਿਹੜੀ ਕਾਠ ਦੀ ਰੋਟੀ ਉਹਨੂੰ ਚੱਕ ਮਾਰ ਕੇ ਆਪਣੇ ਨਫਸ ਨੂੰ ਤਸੱਲੀ ਦੇ ਰਹੇ। ਯਾਨੀ ਦੁਨੀਆ 'ਚ ਸਾਡੇ ਆਉਣ ਦਾ ਜਿਹੜਾ ਮਕਸਦ ਹੈ, ਤਸਵੁਫ ਦੱਸਦਾ ਹੈ
कि वो मकसद ये वे कि असी अल्लाह नूं याद करिए, ना कि असी रोटी रोजी के पिछे इन्ना भजदे रहिए कि असी अपने रब नूं भुल जाइए। ठीक है, इस प्रैक्टिस नूं, इस गल नूं अपनी जिंदगी दे विच अमल बनाउणा ते इहनूं लोगां नूं दसणा, ਉਹ शायरी दे राहीं ਉਹਨੂੰ बाबा जी दस रहे ने कि रोटी मेरी काठ दी, लावण मेरी भुख, भुख नाल मैं ला के अपनी काठ दी रोटी खाना, यानी मैं ਉਹਨੂੰ चिथदा रहना वा। जिन्ना खाधी चोपड़ी गणे सैणगे दुख, कि जिन्हां नूं चोपड़ी मिलदी है उन्हां दे फिर मुसीबतां भी भारियां आंदियां ने, उन्हां ते आजमाइशां भी भारियां आंदियां ने। जिस तरह दुनिया जिहड़ी है ਉਹਨੂੰ एक आजमाइश दा मकाम समझिया जांदा है, ते ਜਿਹੜੇ ਬੰਦੇ ਕੋਲ ਤੁਸੀਂ ਆਮ ਹਾਲਾਤ ਦੇ ਵਿੱਚ ਵੇਖਦੇ ਹੋ ਕਿ ਜਿਹੜੇ ਬੰਦੇ ਕੋਲ ਜਿੰਨੀ ਮਿਲਕੀਅਤ ਹੁੰਦੀ ਹੈ ਉਹਦੇ ਕੋਲੋਂ ਉਨੀਆਂ ਚੀਜ਼ਾਂ ਦਾ ਹਿਸਾਬ ਹੁੰਦਾ ਹੈ, ਔਰ ਉਨਾ ਜ਼ਿਆਦਾ ਸਖਤ ਹਿਸਾਬ ਹੁੰਦਾ ਹੈ। ਤੇ ਜਿਹਦੀ ਮਿਲਕੀਅਤ ਹੀ ਕੋਈ ਸ਼ੈ ਨਾ ਹੋਵੇ, ਜਿਸ ਤਰ੍ਹਾਂ ਸੂਫੀਆਂ ਦੀ ਪ੍ਰੈਕਟਿਸ ਹੈ कि वो दुनिया तो बिल्कुल अलग थलग जंगलों के अपनी जिंदगी गुजारते हैं, मखलूक के बिल्कुल नेड़े नहीं आते। तो वो जिस तरह शाह हुसैन ने कहा कि भला होया गुड़ मक्खियां खादा, असी भिण भिण तू छुटियासे, डड पुरानी कुत्तियां लकी, असी सरवर मां धुतियासे। यानी जिहड़ा सूफी हुंदा है वो बुनियादी तौर पर अपने आप नूं मखलूक तो दूर कर लेना चाहता है। ठीक है ना जी, ये सारियां प्रैक्टिसिस जिहड़ियां ने ये तसव्वुफ दियां ने। बहुत सारे मौजूआत ने, जे असीं इन्नी लंबी लंबी गल करांगे तो मेरा नहीं ख्याल कि असीं अज दे लैक्चर च सारे मौजूआत ते गल कर सकने हैं। असीं मुख्तसर जिहड़ा है ना इन्हां मौजूआत दे बारे गल करते जावांगे, ते बाकी तुसीं जिहड़ा है ना वो आप इहनूं पढ़ लेना। वहदतुल वजूद दा जिहड़ा तसव्वुर इहदे बारे मुख्तसरन मैं तुहानूं दस देवां कि वहदतुल वजूद दा जिहड़ा तसव्वुर है ये सूफियां दा अजिहा तसव्वुर है जिहदे विच सूफिया ये कहंदे ने कि पूरी जिहड़ी दुनिया है, बल्कि पूरी जिहड़ी कायनात है, दुनिया तो एक छोटी जी है, जिहड़ी साडी जमीन है, इस तो उत्ते जिन्हों कायनात आख्या जाता है, जिंदे विच हज़ारां लखां गैलैक्सियां मौजूद ने, और इस तो इलावा भी अल्लाह ताला ने अपनी मखलूकां बनाईयां ने, जिन बनाए ने, फरिश्ते बनाए ने, होर खारे बनाईयां होणगियां मखलूकां। हर मखलूक विच, हर मंजर विच सिर्फ इक्को जात पई दिसदी है। वहदतुल वजूद दा लफ्जी मानी तुसीं अगर समझ लो ना कि हर चीज दे वजूद विच एक वहदत है, यानी हर चीज दा जिहड़ा वजूद है ਉਹਦੇ ਵਿੱਚ अल्लाह पिया दिसदा। समझ आ गई। ये पुराने उर्दू, पंजाबी और पुराने अक्सर जिहड़े पुराने शोरा ने उन्होंने इस मौजू ते गल कीती है, ते इस मौजू ने बयान किया। ठीक है, अच्छा जी, अगला जिहड़ा मौजू है वो साडा हैगा इश्के हकीकी। ठीक है, इश्के हकीकी किन्नू कहिंदे ने? इश्के हकीकी ते इश्के मजाजी एक फर्क जिहड़ा उहनूं हजे समझ लो। इश्के मजाजी जिहड़ा हुंदा है उहदे च नफ्स दा अमल दखल हुंदा है। साडियां हज़ार तरह दीयां ख्वाहिशात हुंदियां ने कि असीं अपने जिहड़ा मजाजी महबूब है उहदे नाल असीं वसल दी रात गुजारीए, उहदे नाल साडा जिहड़ा असीं पींगां पाईए, असीं ये करिए, असीं वो करिए। हज़ारां चीज़ां जिहड़ियां साडे बदन तो, साडे जिस्म तो, साडे जिस्म दी लज्जत तो जुड़ियां ने, साडे नफ्स तो जुड़ियां ने, वो सारियां चीज़ां इश्के मजाजी च आ जांदियां ने। लेकिन जिहड़ा इश्के हकीकी हुंदा है वो पहले बदन नूं फना करदा है, वो बाद चों इश्के हकीकी बनदा है। इहदे ते तुहानूं मैं हज़रत शाह हुसैन दा एक मिसरा तुहानूं सुणांदा जावां। उन्हां दा मिसरा है कि राह इश्क दा सूई नक्का, धागा होवे ते जावे। ये तशरीह है, तुसीं जदों तुसीं बाबा फरीद दी शायरी दे मौजूआत दे बारे लिखो ते उहदी तशरीह है तुसीं ये मिसरा भी लिख सकदे हो। हुण मैं तुहानूं इस मिसरे नूं थोड़ा जिहा मैं समझांदा जावां। राह इश्क दा सूई नक्का, धागा होवे ते जावे। हुण तुसीं ये वेखो कि सूई दा नक्का जिहड़ा हुंदा है, हज़रत शाह हुसैन कह रहे हैं कि वह इश्क दा राह है, लेकिन तू धागा होएगा तो फिर उहदे चों जाएगा ना। हुण तुसीं ये वेखो जिहड़ा धागा है उहदे बनन दे मगर किन्ना प्रोसैस हुंदा है। धागा रूं तो बनदा है, रूं नूं पिंजदे रहिंदे ने, किन्नियां मशीनां रल के किन्नी जिहड़ी ओह पावर दे नाल उहनूं पिंजदियां ने, ते उस तो बाद रूं धागा बनदी है। हुण तुसीं ये वेखो कि उहदे तो पिछे जिहड़ी रूं है, उस रूं नूं बनन दे विच किवें टाइम लगदा कि पहले बीज जमीन च जांदा है, फिर ओह बूटा उगदा है, फिर ओह रूं बनदी है, फिर उहनूं चोणियां गोकड़े जिहड़ियां ने गोकड़े तो अलहदा करदियां ने, फिर ओह रूं नूं कढदियां ने, कढ के उहनूं साफ करदियां ने, फिर उस रूं नूं वेचिया जांदा है, विक के फिर ओह किसी मिल दे विच जांदी है, मिल दे विच उहनूं पिंजिया जांदा है, पिंजण तो बाद ओह धागा बनदा है। फिर धागा बनता है तो हाले शाह हुसैन साहब कह रहे हैं, हजरत शाह हुसैन कह रहे हैं कि राह इश्क दा सूई नक्का, धागा होवे ते जावे।
यानी तुसी इश्क दे राह ते टुरन वास्ते भी ये जरूरी है कि तुसी पहले अपनी शख्सियत नूं उस प्रोसेस तो गुजार लो कि जिस प्रोसेस तो गुजर के तुसी उस इश्क दे राह ते टुरन दे काबिल होंदे हो। पहले वो धागा बन के विखाओ, उस तो बाद तुसी टुर सकते हो। चौथा मौजू है जी मुर्शद दा जिक्र। तसव्वुफ दे मैदान विच मुर्शद दी जात नूं बड़ा उचेचा मकाम हासिल है। पंजाबी दी सारी शायरी विच मुर्शद दा जिक्र बड़ी मुहब्बत ते अकीदत नाल कीता गया। मुर्शद दा तसव्वुर कुरान दी आयत तो वाज़े हुंदा है, जिहदा तर्जमा है कि ऐ ईमान वालिओ मेरी राह लभण लई वसीला तलाश करो, यानी मुर्शद तलाश करो। हुण तुसीं ये वेख रहे हो कि सूफियां दी जिन्नी प्रैक्टिस है वो कुरान तो निकल रही। मुर्शद दा जिक्र करना यह है कि जिवें जाग बिना दुध जमदा नहीं, भावें लाल होवे कड़ कड़ के। वो जाग मुर्शद लाउंदा है, जिहदे तो बाद जिहड़ा वो दुध किसी काबिल बनदा है। जिस तरह वारिस शाह ने कहा कि बिना मुर्शदा राह ना हथ आवे, दुध बाज ना रिजदी खीर साई। जिवें खीर जिहड़ी वो दुध तो बगैर नहीं जमदी, इसे तरह बिना मुर्शदा जिहड़ा सीधा राह है तुहाडे हथ नहीं आ सकता। ठीक है जी, ये मुर्शद दा जिक्र है। अगे है जी साडे कोल जिहड़ा अगला मौजू है दुनिया की बेसबाती का मौजू। ठीक है जी, हदीस शरीफ है कि दुनिया च बहुतियां जायदादां ते वड्डियां वड्डियां इमारतां ना बनाओ, नहीं ते तुसी दुनिया दे ही हो के रह जाओगे। दुनिया आरजी ते फानी है, इहदे विच कुछ शक नहीं, पर असीं ये जानण दे बावजूद भी इत्थे वड्डियां वड्डियां इमारतां, कोठियां, बंगले ते महल तामीर करन में रुझे रहने आ। ते बाबा फरीद जिहड़े ने वो कहंदे ने कि फरीदा कोठे मंडप माड़ियां, उसा रहिंदे भी गए ते कूड़ा सौदा कर गए, गोरियां आप है। यानी दुनिया की बेसबाती यह है कि दुनिया का सब तो वड्डा झूठ है वे कि दुनिया तुसीं जिन्ने महलात बना लो, जिन्नियां वड्डियां कोठियां कारां लै लो, तुसीं लोगां नूं नुकसान पहुंचाते रहो, तुसीं जो मर्जी करते रहो, वो खा नुकसान ना भी पहुंचा। दुनिया की बेसबाती का बुनियादी मौजू तो यह है कि तुहाडे कोल जिहड़ी भी शै वो चंगी है या मंदी है, तुहाडे ते बुरा हो रहा है, तुहाडे ते जुल्म हो रहा है, या तुहानूं अल्लाह ने आसाइश दी वो हमेश नहीं रहनी, वो एक दिन खत्म हो जानी है। ये जिहड़ा ज़ाहिरी साडा वजूद है, ये दुनिया की बेसबाती का सब तो वड्डा सबूत है कि बदन जिहड़ा है खाक दे विच एक दिन रलना ही रलना। ये दुनिया की बेसबाती। उस तो बाद है जी आखिरत की फिक्र। मुसलमान होने नाते साडा ईमान ते यकीन है कि दुनिया आरजी ते फानी है। जो कोई भी दुनिया उत्ते आया है उन्हें आखिरकार मरना। आखिरत की फिक्र यानी कि तुसीं ये वेखो कि सूफी ये कहंदे ने, सूफिया या साडा दीन, साडा इस्लाम, साडा मजहब ये कहंदा है कि जिहड़ी आखिरत की फिक्र है वो बहुत जरूरी है, क्योंकि दुनिया जिहड़ी इम्तिहान वास्ते बनाई गई। जिस तरह पहले मैं दस्सिया कि इस दुनिया दे विच सानू इस इम्तिहान तो गुजरना पैंदा है। बदनी शक्ल दे विच, जुस्से की शक्ल दे विच सानू आसाइश होवे या साडे ते बुरा वेला होवे, सानू इस आजमाइश तो लंघना पैंदा है। लेकिन गल एवे कि इस दुनिया च रहिंदे होए कोई अपनी आखिरत वास्ते किन्नी कोशिश करदा है, इस गल ते नतारा होना है हशर वाले दिन ओदी इस सारी जिंदगी दा। ते सूफियां ने अपनी शायरी दे विच इस बारे गल्लां कीतियां ने। जे जाना मर जाइए ते घुम ना आइए, झूठी दुनिया लग ना आप वंजाइए। यानी जे जानिए असीं भी मर जाना है ते वापस घूम के नहीं आना, झूठी दुनिया लग ना आप वंजाइए, कि इत्थे अपने जी नूं ला के एवें अपना आप वंजाईदा नहीं हुंदा। इस तो अगला है जी गरूर ते तकबर दी निंदिया। बाबा फरीद की शायरी विच आजजी ते इनकसारी दियां बहुतियां मिसालां मौजूद ने। अखलाकियात दा सब तो वड्डा असूल यह वे कि इंसान अपनी आकड़, गरूर, तकबर ते ईगो नूं खत्म करे। ठीक है जी, कुरान शरीफ की एक आयत है जिहदा तर्जमा है जमीन उत्ते आकड़ आकड़ के ना टुर, क्यों जे ना ते तू जमीन तो फाड़ सकना है ते ना ही पहाड़ जिहड़ा है ओदी बुलंदी तो उत्ते तू अपड़ सकना। यानी ये इंसान नूं ओदी कमतरी दा, ओदे छोटे होने का एहसास दिलाया गया इस आयत दे विच कि गरूर ते तकबर जिहड़ा है उन्नू रब पसंद नहीं करता। जिस तरह मियाँ साहब का एक शेर है कि खुदी तकबर अखी डिठा, खुथी खब्बी जांदा, पानी वल निवाणी जांदा ते टिब्बा रह गया मांदा। यानी तुसीं ये वेखो कि जिहड़ा पानी हुंदा है, जिहड़ा फसलां नूं सैराब करदा है, जिहड़ा खेतियां दिंदा है, जिहदे चों चीज़ां उगदियां ने, वो भी नीवें वाले पासे जांदा है। ते जिहड़ा टिब्बा हुंदा है, जिस तरह इहनूं मिसाल दित्ती गई है कि जिहड़ा गरूर ते तकबर वाला आदमी है वो टिब्बे की तरह है
कि वह टिब्बा बन के खलो जाता है, तो जिहड़ा पानी जिन्हें उन्होंने सैराब करना होंदा है, उगाना होंदा है, वो थले राही चलदा चलदा किसी होर पासे बह जाता है, तो जिहड़ा टिब्बा होंदा है मांदा रह जाता, उन्होंने सैराबी नहीं मिलती, वो उस तरह बाड़ बियाबान ही जिहड़ा ना वो रह जाता। गरूर ते तकबर दी निंदे है, ठीक है जी। फरीदा खाक ना निंदीए, खाकू जेठ ना कोए, ते जिउंदियां पैरां तले ते मोयां उपर होए। यानी जिहड़ी खाक है ये जींदियां साडे पैरां थले हुंदी ते मोयां च साडे सिर दे उत्ते हुंदी। इस खाक ते किहड़ा माण करके टुरना है। जिस जुस्से नूं छंड छंड रखें खाक अंदर वंज धरना। मियाँ साहब दा शेर मैनूं याद आ गया। रब दी याद इस तो अगला जिहड़ा साडा मौजू है। अल्लाह पाक ने इंसान नूं अपनी इबादत दे जिक्र वास्ते पैदा किया, पर इंसान इस दुनिया च आके इन्ना दुनियादार बन गया कि रब दी याद तो गाफिल हो। बाबा फरीद ने अपने श्लोकां राहीं दस्सण दा आदर किया कि बंदा भावें रब नूं भुला बैठा, पर रब बंदे नूं अपना ताल्लुक नहीं तोड़न दिंदा। अल्लाह ताला इंसानां उत्ते मुसलसल अपने इनामात दी बारिश करदा रहिंदा है। लिहाजा इंसान नूं भी चाहीदा है कि जदों तिकर साह सलामत ने अपने रब नूं याद करदा रहे, अपने अखीर दे वेले नूं याद करदा रहे। रब दी याद तो गाफिल बंदा देनदार हुंदा है, दीनदार हुंदा है ना दुनियादार हुंदा। तुसीं ये वेखो कि जिहड़ा रब दी याद तो गाफिल बंदा है, वो बड़ा खिंडिया फुटिया होया और बड़ा शोर दे नाल भरिया होया बंदा हुंदा है कि अपनी हयाती दे विच भी वो सही तरह फैसले नहीं लै सकदा। जिहड़ा एडा वड्डा फैसला ही नहीं लै सकिया कि रब भी मौजूद है, वो अपनी जिंदगी दे फैसले किवें ठीक लै सकदा। तुसीं ये बुनियादी गल ज़हन च रखो कि रब दी जिहड़ी याद है ਉਹਦੇ ਤੋਂ ਜੇ ਅਸੀਂ गाफिल हो जाइए, ठीक है, ਅਸੀਂ आखिए भी रब जिहड़ा वो है सही पर साडे काम करदा सिर्फ। जिस तरह मौलाना वहीदुद्दीन खान साहब जिहड़े इंडियन जिहड़े इस्लामिक स्कॉलर पिछले दिनां फौत भी होए ने, वो भी ये कहंदे ने कि जिहड़े बंदे ने रब नूं नहीं मन्निया ਉਹਨੇ तो चलो नहीं मन्निया, पर जिहड़े ने मन्निया ਉਹਨੇ भी एक गलती की है कि ਉਹਨੇ रब नूं इस तरह मान लिया कि जिस तरह दुनिया जिहड़ी है ਉਹਦੇ ਵਿੱਚ मुख्तलिफ जिहड़े लोकी ने वो एक दूजे दे काम आंदे ने, सिफारिशां नाल काम हो जांदे ने, ते ਉਹਨੇ समझा कि जिहड़ा रब है वो भी जिहड़ा सिफारिशां नाल काम करदा है, ते ਉਹਨੂੰ भी अपने वर्गा ਉਹਨੇ समझ लिया, ते बगैर अमलों तो आप अमल कीते बगैर असी जिहड़ा है वो रब नूं सिर्फ अपनियां जिहड़ियां नाजायज ख्वाहिशां ने ਉਹਨਾਂ ਨੂੰ ਪਾਲਣ ਵਾਸਤੇ, ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਰੱਬ ਰੱਖਿਆ ਹੋਇਆ ਹੈ। ਰੱਬ ਦੀ ਯਾਦ ਸਾਨੂੰ ਕੋਈ ਨਹੀਂ, ਠੀਕ ਹੈ। ਇਹ ਬੁਨਿਆਦੀ ਉਨਸਰ ਸੀ, ਇਹ ਬੁਨਿਆਦੀ ਗੱਲ ਸੀ ਜਿਹਨੂੰ ਉਜਾਗਰ ਕਰਨ ਲਈ ਆਪਣੀ ਸ਼ਾਇਰੀ ਦੇ ਵਿੱਚ ਬਾਬਾ ਫਰੀਦ ਹੋਰਾਂ ਨੇ ਜ਼ੋਰ ਪਾਇਆ ਹੈ ਆਪਣੀ ਸ਼ਾਇਰੀ ਦੇ ਵਿੱਚ, ਠੀਕ ਹੈ ਜੀ। ਕੂਕ ਫਰੀਦਾ ਕੂਕ ਤੂੰ ਜਿਉਂ ਰਾਖਾ ਜਵਾਰ, ਤੇ ਜਬ लग टांडा ना गिरे ते तब लग कूक पुकार। तो ये बाबा फरीद जो हैं अपने श्लोकों के रास्ते ये बता रहे हैं हमें, अपने श्लोकां दे राही सानू दस रहे ने कि बाबा फरीद कूक तू ज्यों राखा जवार, जिवें राखा जवार दा कूकदा इंज कूक, जिवें वो शेर है ना कि उठ बुलिया कुछ वक्त विहाज ले, नहीं ते बाजी लै गए कुत्ते तैथी उत्ते, है दर मालिक दा छड्डदे नाही, जा रूड़ी ते सुत्ते तैथी उत्ते। यानी मालिक दा दर जिहड़ा हैगा वो कुत्ते नहीं छड्डदे, ते वो तेरे तो उत्ते हो जाणगे, ते जा अपने रब दी याद कर। कनात दा दर्स दिता है, ठीक है जी। यानी असीं अपनी जिंदगी दे विच तुसीं ये वेखो कि सारे जितने भी ये फलसफे ने, ये सारे फलसफे साडी जिंदगी दे नाल बहुत ज्यादा मुआशरती हवाले नाल, समाजी हवाले नाल सानू बहुत ज्यादा हैल्प करदे ने, मदद करदे ने कि सानू अपनी जिंदगी दे विच थोड़ा खर्चण दा और बड़े सबर ते हौसले नाल चलण दा सानू दस्सिया गया। रुखी सुखी खा के ठंडा पानी पी, फरीदा वेख पकाई चोपड़ी ना तरसाई जी। जेड़ा रब ने तैनू दिता है ਉਹਦੇ ਤੇ कनात कर जा, दूसरे लोगों के रिज्क ते कावां वांग ठूंग ना मार ते नजर ना रख। नमाज की अहमियत, नमाज एक ऐसी प्रैक्टिस है, एक ऐसी मश्क है। अजकल चूंकि रमजान का महीना है, तुसीं इस तो बखूबी वाकिफ होवोगे, अगे पिछे तो बंदा भुलिया रहिंदा है, लेकिन यह कि रमजान के महीने दे विच तुसीं जे नमाज पढ़दे तुहानूं पता होएगा कि नमाज जिहड़ी है ये बंदे नूं पाक करदी है और बंदे नूं बुराई नहीं करन दिंदी, और बंदे दा जिहड़ा ज़हन है उहनूं फोकस दिंदी है। बंदा एक थां ते जम के कोई गल कर सकता है, पढ़ सकता है, दस सकता है, ठीक है जी। नमाज की अहमियत नूं भी बाबा फरीद ने उठ फरीदा वजू साज सुबह नमाज गुजार, जो सिर साई ना निवे सो सिर कप उतार। यानी जेड़ा सिर अपने साई दे अगे ना निवे, नीवा ना होवे, उस सिर नूं ला देना चाहिए। जो सिर साई ना निवे सो सिर कप उतार, उस सिर नूं कप देना चाहिए।
ਜ਼ਾਤ ਦੀ ਨਫੀ ਤੁਹਾਨੂੰ ਮੈਂ ਦੱਸਿਆ ਕਿ ਜਿਸ ਤਰ੍ਹਾਂ ਸੂਫੀਆਂ ਦਾ ਇਹ ਮੰਨਣਾ ਹੈ ਕਿ ਜਿਹੜੀ ਦੁਨੀਆ ਉਹਦੇ ਵਿੱਚ ਸਿਰਫ ਇੱਕੋ ਜ਼ਾਤ ਆਪਣੇ ਆਪ ਨੂੰ ਕਾਇਮ ਰੱਖ ਸਕਦੀ ਹੈ ਤੇ ਉਹ ਜ਼ਾਤ ਹੈ ਅੱਲਾਹ ਤਾਲਾ ਦੀ ਜ਼ਾਤ ਬਾਰੀ। ਮੌਲਾਨਾ ਰੂਮ ਆਪਣੇ ਮਲਫੂਜ਼ਾਤ 'ਚ ਲਿਖਦੇ ਨੇ, ਮੈਂ ਕਿਸੇ ਵੇਲੇ ਪੜ੍ਹਿਆ ਸੀ ਕਿ ਉਹਨਾਂ ਨੇ ਕਿਹਾ ਕਿ ਰੱਬ ਕਹਿੰਦਾ ਹੈ ਕਿ ਇਹ ਬੰਦਿਆ ਜਿਹੜਾ ਦੂਈ ਦਾ ਕੰਸੈਪਟ ਹੈ ਇਹ ਇਸ਼ਕ ਦੇ ਵਿੱਚ ਨਹੀਂ ਹੋ ਸਕਦਾ, ਸਾਡੇ ਚੋਂ ਇੱਕ ਨੂੰ ਫਨਾ ਹੋਣਾ ਪੈਣਾ, ਤੇ ਚੂੰਕਿ ਮੈਂ ਫਨਾ ਹੋ ਨਹੀਂ ਸਕਦਾ ਤੇ ਤੂੰ ਮੇਰੇ ਵਾਸਤੇ ਫਨਾ ਹੋ ਜਾ ਤਾਂ ਕਿ ਆਪਾਂ ਇੱਕ ਹੋ ਜਾਈਏ। ਠੀਕ ਹੈ, ਇਹ ਆਪਣੀ ਜ਼ਾਤ ਦੀ ਨਫੀ ਜਿਹਨੂੰ ਸਾਰੇ ਸੂਫੀਆਂ ਨੇ ਆਪਣੀ ਸ਼ਾਇਰੀ ਰਾਹੀਂ ਦੱਸਿਆ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਠੀਕ ਹੈ ਜੀ। ਬਰਦਾਸ਼ਤ ਤੇ ਹੁਸਨੇ ਸਲੂਕ, ਤੁਸੀਂ ਇਹ ਵੇਖੋ ਕਿ ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਜਿੰਨੇ ਮੌਜੂਆਤ ਅਸੀਂ ਪੜ੍ਹਦੇ ਆ ਰਹੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਸਾਰੇ ਮੌਜੂਆਤ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਨਾਲ ਮੁਤਾਬਕਤ ਰੱਖਦੇ ਨੇ। ਠੀਕ ਹੈ ਜੀ। ਬਰਦਾਸ਼ਤ ਤੇ ਹੁਸਨੇ ਸਲੂਕ ਹੈ। ਬਰਦਾਸ਼ਤ ਤੇ ਹੁਸਨੇ ਸਲੂਕ ਬਾਰੇ ਵੀ ਤੁਸੀਂ ਇਸ ਤਰਜਮੇ ਨੂੰ ਪੜ੍ਹੋ, ਕੁਰਾਨ ਸ਼ਰੀਫ ਦੇ ਵਿੱਚ ਆਉਂਦਾ ਹੈ ਕਿ ਗੁੱਸੇ ਨੂੰ ਪੀ ਜਾਣ ਵਾਲੇ ਤੋਂ ਲੋਕਾਂ ਨੂੰ ਮਾਫ ਕਰਨ ਵਾਲੇ ਤੇ ਅਹਿਸਾਨ ਕਰਨ ਵਾਲੇ ਲੋਕ ਅੱਲਾ ਨੂੰ ਬੜੇ ਪਸੰਦ ਨੇ। ਜਿਹੜੇ ਗੁੱਸੇ ਨੂੰ ਪੀ ਜਾਂਦੇ ਨੇ, ਠੀਕ ਹੈ, ਮਾਫ ਕਰਦੇ ਨੇ, ਅਹਿਸਾਨ ਕਰਦੇ ਨੇ, ਉਹ ਸਾਰੇ ਲੋਕ ਅੱਲਾਹ ਤਾਲਾ ਨੂੰ ਬਹੁਤ ਪਸੰਦ ਨੇ। ਇਹਨਾਂ ਸਾਰੀਆਂ ਪ੍ਰੈਕਟਿਸਿਸ ਨੂੰ ਸੂਫੀਆਂ ਨੇ ਆਪਣੀ ਸ਼ਾਇਰੀ 'ਚ ਦੱਸਿਆ। ਆਖਰੀ 5 ਮੌਜੂ ਨੇ ਜੀ, 4 ਮੌਜੂ ਨੇ, ਇਹਨਾਂ ਨੂੰ ਪੜ੍ਹ ਲਈ। ਇਸ ਤੋਂ ਬਾਅਦ ਅਸੀਂ ਅੱਜ ਦਾ ਲੈਕਚਰ ਆਪਣਾ ਖਤਮ ਕਰਨਾ ਹੈ। ਫਲਸਫਾ ਹਯਾਤ ਜਿਹੜਾ ਹੈ ਜੀ, ਬਾਬਾ ਫਰੀਦ ਨੇ ਦਰਅਸਲ ਸ਼ਲੋਕ ਵਿੱਚ ਜ਼ਿੰਦਗੀ ਦਾ ਫਲਸਫਾ ਬਿਆਨ ਕੀਤਾ ਕਿ ਜਦੋਂ ਤੀਕਰ ਬੰਦਾ ਆਪਣੀ ਜ਼ਾਤ ਦੇ ਹਿਸਾਰ ਵਿੱਚ ਰਹਿੰਦਾ ਹੈ, ਉਹਨੂੰ ਦੂਜਿਆਂ ਦੀ ਤਕਲੀਫ, ਦੁੱਖ ਤੇ ਮੁਸੀਬਤਾਂ ਨਜ਼ਰ ਨਹੀਂ ਆਉਂਦੀਆਂ, ਪਰ ਜਦੋਂ ਆਪਣੀ ਜ਼ਾਤ ਚੋਂ ਨਿਕਲਦਾ ਤੇ ਦੂਜੇ ਪਾਸੇ ਝਾਤੀ ਪਾਉਂਦਾ ਹੈ ਤੇ ਜਿਹੜਾ ਮੁਨਸਫ ਦੀ ਅੱਖ ਨਾਲ ਵੇਖੇ ਤਾਂ ਪਤਾ ਲੱਗਦਾ ਹੈ ਕਿ ਮਖਲੂਕੇ ਖੁਦਾ ਕਿਹੜੇ-ਕਿਹੜੇ ਹਾਲ ਦੇ ਵਿੱਚ ਵਸਦੀ ਪਈ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਤੇ ਦੁੱਖ ਸਭਾਏ ਜੱਗ, ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਹੀ ਹਾਗ। ਯਾਨੀ ਥੋੜਾ ਜਿਹਾ ਆਪਣੀ ਜ਼ਾਤ ਦੇ ਉਤਲੇ ਪਾਸੇ ਖਲੋ ਕੇ ਵੇਖਿਆ, ਮੇਰੇ ਤੇ ਗੱਲ ਖੁੱਲੀ ਕਿ ਹਰ ਪਾਸੇ ਦੁਨੀਆ ਦੇ ਵਿੱਚ ਅੱਗ ਹੀ ਅੱਗ ਹੈ ਤੇ ਦੁੱਖ ਹੀ ਦੁੱਖ ਨੇ। ਫਲਸਫਾ ਹਯਾਤ ਸੂਫੀਆਂ ਦਾ ਇਹ ਵੇ ਕਿ ਦੁਨੀਆ ਜਿਹੜੀ ਉਹਦੇ ਵਿੱਚ ਸੁੱਖ ਮੌਜੂਦ ਨਹੀਂ ਹੋ ਸਕਦਾ, ਇਹ ਦੁੱਖ ਦੀ ਜਗ੍ਹਾ। ਗੌਤਮ ਬੁੱਧ ਨੇ ਵੀ ਇਹੀ ਗੱਲ ਕੀਤੀ ਤੇ ਸਾਰੇ ਸੂਫੀਆਂ ਨੇ, ਬਾਬਾ ਫਰੀਦ ਨੇ ਵੀ ਇਹੀ ਗੱਲ ਕੀਤੀ। ਤੁਹਾਡੇ ਸਾਹਮਣੇ ਜਿਹੜਾ ਮੈਂ ਸ਼ੇਰ ਪੜਿਆ, ਨੇਕ ਅਮਲਾਂ ਦੀ ਜਜ਼ਾ, ਦੁਨੀਆ ਵਿੱਚ ਕੀਤੇ ਨੇਕ ਅਮਲ ਮਰਨੋਂ ਬਾਅਦ ਬੰਦੇ ਦੇ ਕੰਮ ਆਣਗੇ ਤੇ ਜਜ਼ਾ ਦਾ ਬਾਇਸ ਬਣਨਗੇ। ਵੇਖੋ ਬੰਦਾ ਚੱਲਿਆ ਤੇ ਚੂੰ ਜਣਿਆਂ ਦੇ ਕੰਨ, ਤੇ ਫਰੀਦਾ ਅਮਲ ਜੋ ਕੀਤੇ ਤੇ ਦੁਨੀ ਵਿੱਚ ਦਰਗਾਹ ਆਏ ਕੰਮ। ਠੀਕ, ਯਾਨੀ ਜਿਹੜੇ ਦੁਨੀਆ 'ਚ ਅਸੀਂ ਅਮਲ ਕਰਨੇ ਆ ਉਹ ਆਖਿਰਤ 'ਚ ਸਾਡੇ ਕੰਮ ਆਉਂਦੇ ਨੇ। ਰਾਜ਼ੀ ਬਾ ਰਜ਼ਾ ਹੋਣਾ, ਯਾਨੀ ਅੱਲਾ ਦੀ ਰਜ਼ਾ ਤੇ ਰਾਜ਼ੀ ਹੋ ਜਾਣਾ ਤੇ ਆਪਣੇ ਆਪ ਨੂੰ ਅੱਲਾ ਦੇ ਕਦਮੀ ਸੁੱਟ ਦੇਣਾ ਤੇ ਕਹਿ ਦੇਣਾ ਕਿ ਜੀ ਮੈਂ। ਇਹ ਸੂਫੀਆਂ ਦੀ ਸਾਰੀ ਉਹ ਪ੍ਰੈਕਟਿਸ ਹੈ ਜਿਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੇ ਅਖਲਾਕੀਆਤ ਦਾ ਦਰਸ ਦਿੱਤਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਖਰੀ ਮੌਜੂ ਹੈ ਜੀ ਜ਼ੁਬਾਨ ਤੇ ਬਿਆਨ ਦਾ। ਯਾਨੀ ਤੁਸੀਂ ਇਹ ਵੇਖੋ ਕਿ ਇਹਨਾਂ ਦੀ ਜਿਹੜੀ ਬਾਬਾ ਫਰੀਦ ਦੀ ਜ਼ੁਬਾਨੋਂ ਬਿਆਨ ਹੈ, ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਵਰਤੀ ਜਾਣ ਵਾਲੀ ਜ਼ੁਬਾਨ ਉਹ ਪੰਜਾਬੀ ਹੈ ਜਿਹੜੀ ਅੱਜ ਤੋਂ 800 ਸਾਲ ਪਹਿਲਾਂ ਬੋਲੀ ਜਾਂਦੀ ਸੀ। ਇਹਦੇ ਵਿੱਚੋਂ ਕੁਝ ਮਤਰੂਕ ਲਫ਼ਜ਼ਾਂ ਨੂੰ ਛੱਡ ਕੇ ਬਾਕੀ ਸਾਰੇ ਅੱਜ ਵੀ ਵਰਤੇ ਜਾਂਦੇ ਨੇ। ਜ਼ੁਬਾਨ ਬਿਆਨ ਦੇ ਬਾਰੇ ਤੁਹਾਨੂੰ ਮੈਂ ਪਹਿਲੇ ਲੈਕਚਰਾਂ 'ਚ ਵੀ ਦੱਸ ਚੁੱਕਿਆ ਵਾਂ ਕਿ ਪੰਜਾਬੀ ਜ਼ੁਬਾਨੋਂ ਬਿਆਨ ਕੀ ਹੁੰਦੀ ਹੈ। ਅਸੀਂ ਅਗਲੇ ਲੈਕਚਰਾਂ 'ਚ ਵੀ ਇਨਸ਼ਾਅੱਲਾ ਤਾਲਾ ਜਦੋਂ ਪੰਜਾਬੀ ਬੋਲੀ ਦਾ ਪਿਛੋਕੜ ਪੜਾਂਗੇ ਤੇ ਉਹਦੇ 'ਚ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਜ਼ੁਬਾਨੋਂ ਬਿਆਨ ਜਿਹੜੀ ਹੈ ਉਹ ਕਿਸ ਤਰ੍ਹਾਂ ਤਰਤੀਬ ਪਾਉਂਦੀ ਹੈ। ਮੈਂ ਸ਼ੁਰੂ 'ਚ ਵੀ ਜ਼ੁਬਾਨੋਂ ਬਿਆਨ ਦੇ ਬਾਰੇ ਗੱਲ ਕਰ ਦਿੱਤੀ ਹੈ ਤੇ ਤੁਸੀਂ ਇਹਨਾਂ ਦੇ ਜਿਹੜੇ ਸ਼ਲੋਕ ਨੇ ਉਹ ਪੜ੍ਹ ਕੇ, ਉਹ ਬਹੁਤ ਜ਼ਿਆਦਾ ਔਖੇ ਨਹੀਂ, ਤੇ ਜੇ ਔਖੇ ਹੋਣ ਤੇ ਮੈਂ ਤੁਹਾਨੂੰ ਉਹ ਵੀ ਸਮਝਾ ਦਿਆਂਗਾ। ਆਪਾਂ ਕਿਸੇ ਲੈਕਚਰ 'ਚ ਇਹਨਾਂ ਦੇ ਖਾਸ ਸ਼ਲੋਕ ਵੀ ਪੜ੍ਹ ਲਾਂਗੇ, ਸਿਰਫ ਸ਼ਲੋਕ ਪੜ੍ਹ ਲਾਂਗੇ। ਹੁਣ ਤੇ ਇਹਨਾਂ ਦੇ ਮੌਜੂਆਤ ਤੇ ਗੱਲ ਕਰਨਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਸੀ। ਠੀਕ ਹੈ ਜੀ। ਖੈਰ, ਮੁੱਕਦੀ ਗੱਲ ਇਹ ਬਈ ਬਾਬਾ ਫਰੀਦ ਦੇ ਸ਼ਲੋਕ ਨਾ ਸਿਰਫ ਬਿਹਤਰੀਨ ਸ਼ਾਇਰੀ ਦਾ ਉੱਚਾ ਤੇ ਸੁੱਚਾ ਨਮੂਨਾ ਨੇ, ਬਲਕਿ ਫਿਕਰੀ ਐਤਬਾਰ ਨਾਲ ਵੀ ਇਸਲਾਮ ਦੀ ਤਬਲੀਗ ਤੇ ਇਖਲਾਕੀਆਤ ਦਾ ਆਲਾ ਦਰਸ ਨੇ। ਹੁਣ ਤੁਸੀਂ ਇਹ ਵੇਖੋ ਕਿ ਬਾਬਾ ਫਰੀਦ ਦੇ ਜਿੰਨੇ ਮੌਜੂਆਤ ਅਸੀਂ ਪੜ੍ਹੇ ਨੇ, ਇਹਨਾਂ ਮੌਜੂਆਤ ਤੋਂ ਬਾਅਦ ਸਾਡੇ ਤੇ ਗੱਲ ਖੁੱਲਦੀ ਏ ਕਿ ਬਾਬਾ ਫਰੀਦ ਜਿਹੜੇ ਨੇ ਉਹ ਇਖਲਾਕੀਆਤ ਦੇ ਸ਼ਾਇਰ ਨੇ। ਹੁਣ ਚੂੰਕਿ ਅਸੀਂ ਪੇਪਰ ਦੇ ਹਵਾਲੇ ਨਾਲ ਵੀ ਡਿਸਕਸ ਕਰਨਾ ਤੇ ਪੇਪਰ 'ਚ ਅਮੂਮਨ ਇਹ ਸਵਾਲ ਆਉਂਦਾ ਹੁੰਦਾ ਕਿ ਬਾਬਾ ਫਰੀਦ ਜਿਹੜੇ ਨੇ ਇਹ ਚੂੰਕਿ ਇਖਲਾਕੀਆਤ ਦੀ ਕੁੰਜੀ ਸਮਝੇ ਜਾਂਦੇ ਨੇ ਪੰਜਾਬੀ ਸ਼ਾਇਰੀ ਦੇ ਵਿੱਚ, ਇਹਨੂੰ ਆਪਣੇ ਲਫ਼ਜ਼ਾਂ ਰਾਹੀਂ ਬਿਆਨ ਕਰੋ। ਉਹ ਕਿਸ ਤਰ੍ਹਾਂ ਕੁੰਜੀ ਸਮਝੇ ਜਾਂਦੇ ਨੇ? ਫਲਸਫਾ ਹਯਾਤ ਹੈ, ਨੇਕ ਅਮਲਾਂ ਦੀ ਜਜ਼ਾ ਹੈ, ਰਾਜ਼ੀ ਬਾ ਰਜ਼ਾ ਹੈ, ਜ਼ੁਬਾਨੋਂ ਬਿਆਨ ਹੈ, ਉਸ ਤੋਂ ਪਹਿਲੇ ਜਿੰਨੇ ਵੀ ਇਸ਼ਕ ਹਕੀਕੀ ਹੈ, ਵਾਦਤੁਲ ਵਜੂਦ ਹੈ, ਤਸਵੁਫ ਹੈ, ਜਿੰਨੇ ਮੌਜੂਆਤ ਨੇ, ਇਹਨਾਂ ਮੌਜੂਆਤ ਦੀ ਵਜ੍ਹਾ ਤੋਂ ਹੀ ਬਾਬਾ ਫਰੀਦ ਨੂੰ ਜਿਹੜਾ ਹੈ ਉਹ ਇਖਲਾਕੀਆਤ ਦੀ ਗੰਢ ਤੇ ਉਹਨਾਂ ਦੀ
ਕੁੰਜੀ ਸਮਝਿਆ ਜਾਂਦਾ ਹੈ। ਠੀਕ ਹੈ ਜੀ। ਆਖਰ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਸ਼ਾਹ ਹੁਸੈਨ ਦੀ ਇੱਕ ਅਸੀਂ ਨਜ਼ਮ ਪੜਾਂਗੇ। ਸ਼ਾਹ ਹੁਸੈਨ ਦੀ ਨਜ਼ਮ ਤੁਹਾਨੂੰ ਮੈਂ ਅੱਜ ਇੱਕ ਸੁਣਾਉਣਾ। ਅਗਲਾ ਸ਼ਾਇਰ ਅਸੀਂ ਜਿਹੜਾ ਪੜਾਂਗੇ ਕਲਾਸਿਕੀ ਸ਼ਾਇਰ, ਉਹ ਸ਼ਾਹ ਹੁਸੈਨ ਹੈ, ਜਿਹੜਾ ਪੰਜਾਬੀ ਦਾ ਦੂਜਾ ਵੱਡਾ ਸ਼ਾਇਰ ਹੈ। ਨਜ਼ਮ ਹੈ ਜੀ। ਤਿਨਾਂ ਨੂੰ ਗਮ ਕਿਹਾ ਸਾਈਂ ਜਿਨ੍ਹਾਂ ਦੇ ਵੱਲ, ਸੋਹਣੀ ਸੂਰਤ ਦਿਲਬਰ ਵਾਲੀ ਰਹੀ ਅੱਖੀਂ ਵਿੱਚ ਗੱਲ, ਤੇ ਇੱਕ ਪਲ ਸੱਜਣ ਜੁਦਾ ਨਾ ਥੀਵੇ ਬੈਠਾ ਅੰਦਰ ਮਲ, ਕਹੇ ਹੁਸੈਨ ਫਕੀਰ ਸਾਈਂ ਦਾ ਚੱਲਣਾ ਅੱਜ ਕੇ ਕੱਲ। ਉਹ ਟੁਰ ਗਏ ਨੇ ਤੇ ਅਸੀਂ ਟੁਰ ਜਾਣਾ। ਤੇ ਕੋਸ਼ਿਸ਼ ਇਹੀ ਵੇ ਕਿ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ ਤੇ ਤੁਸੀਂ ਪੜ੍ਹ ਰਹੇ ਹੋ, ਦੋਵਾਂ ਪਾਸੋਂ ਤਵੱਜੋ ਇੱਕੋ ਜਿਹੀ ਪਵੇ ਆਈਨੇ ਤੇ ਦੋਵਾਂ ਪਾਸੋਂ ਆਈਨਾ ਚਮਕਣ ਲੱਗ ਪਵੇ। ਠੀਕ ਹੈ ਜੀ। ਤੇ ਇਨਸ਼ਾਅੱਲਾ ਅਗਲੇ ਲੈਕਚਰ 'ਚ ਮਿਲਨੇ ਆ। ਤੇ ਅਗਲੇ ਲੈਕਚਰ 'ਚ ਅਸੀਂ ਹਜ਼ਰਤ ਸ਼ਾਹ ਹੁਸੈਨ ਦੇ ਬਾਰੇ ਜਾਂ ਕਿਸੇ ਜਦੀਦ ਸ਼ਾਇਰ ਦੇ ਬਾਰੇ ਗੱਲਬਾਤ ਕਰਾਂਗੇ। ਰੱਬ ਰਾਖਾ।